ਵਾਹਿਗੁਰੂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਤਾਰੂ ਤਾਰਾ ਤਾਰ, ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦਾ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਗੁਰ ਤੇ ਕਛੂ ਹੱਥ ਨ ਆਏ, ਮੁਖਰ ਤਰਕਣ ਅਨਕੂਲੇ ਹੈ। ਕਹਾਂ ਕਹਤੇ ਗ੍ਰੰਥ ਮੰਗਾਏ, ਤਬ ਹਮ ਛੂਛੇ ਹੀ ਰਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਕਿਰਪਾ ਨਿਦਾਨ
ਜੁਗੋ ਜੁਗ ਅਟਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ। ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਅਥਾਹ ਸ਼ਰਧਾ ਭਾਵਨਾ ਸਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਵਸਾਏ ਹੋਏ ਮੁਬਾਰਕ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਸਤ ਸੰਗਤ ਔਰ ਸੇਵਾਵਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਮਿਹਰ ਕਰਨ, ਸਭਨਾਂ ਦੀ ਹਾਜ਼ਰੀ ਯਾਤਰਾ ਸਤ ਸੰਗਤ ਸਫਲੀ ਕਰਨ। ਗੁਰੂ ਕੇ ਚਰਨਾਂ ਦੇ ਵਿੱਚ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਗੁਰ ਇਤਿਹਾਸ ਦੀ ਕਥਾ ਵਿਚਾਰ ਤੋਂ ਆਪਾਂ ਕਰਦੇ ਹਾਂ। ਸਮਾਂ ਹੋ ਚੁੱਕਾ ਹੈ, ਆਓ ਜੋ ਇਸ ਪਾਵਨ ਸਥਾਨ ਤੇ 10 ਗੁਰੂ ਸਾਹਿਬਾਨਾਂ ਦਾ ਲੜੀਵਾਰ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਹੈ, ਉਸ ਲੜੀਵਾਰ ਇਤਿਹਾਸ ਦੇ ਪਿਛਲੇ ਪ੍ਰਕਰਣ ਦੇ ਨਾਲ ਜੁੜਦੇ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਵਿਰਾਜਮਾਨ ਹਨ ਔਰ ਆਪ ਸਮੂਹ ਸੰਗਤਾਂ ਨੇ ਰੋਜ਼ਾਨਾ ਹਾਜ਼ਰੀ ਭਰਨ ਵਾਲੇ ਆਪ ਪ੍ਰੇਮੀ ਜਨ ਪਿਛਲੇ ਇਤਿਹਾਸ ਤੋਂ ਵਾਕਫ ਹੋ ਕਿ ਕਿਵੇਂ ਬਾਬਾ ਗੁਰਦਿੱਤਾ ਜੀ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ। ਭੁਲੇਖੇ ਦੇ ਨਾਲ ਇੱਕ ਗਊ ਦੇ ਉੱਪਰ ਉਹਨਾਂ ਦਾ ਸਾਥੀ ਵਾਰ ਕਰਦਾ ਹੈ। ਫਿਰ ਇੱਕ ਅਜ਼ਮਤ ਦੇ ਰਾਹੀਂ ਉਹ ਗਊ ਜਿਹੜੀ ਹੈ ਫਿਰ ਜਿਉਂਦੀ ਹੁੰਦੀ ਹੈ। ਪਰ ਇਹ ਸਭ ਕੁਝ ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਿਆ, ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਨੇ ਫਿਰ ਜੋ ਗੁਰੂ ਘਰ ਦੀ ਮਰਿਆਦਾ ਹੈ, ਸਿਧਾਂਤ ਹਨ, ਵਿਚਾਰਧਾਰਾ ਹੈ, ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਬਚਨ ਕੀਤਾ ਹੈ ਕਿ ਹੇ ਬਾਬਾ ਗੁਰਦਿੱਤਾ ਜੀ, ਇਹ ਤੁਸੀਂ ਠੀਕ ਨਹੀਂ ਕੀਤਾ। ਗੁਰੂ ਮਰਿਆਦਾ ਤੋਂ ਬਾਹਰ ਗਏ ਹੋ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇਹ ਵਿਚਾਰਧਾਰਾ ਨਹੀਂ ਹੈ ਕਰਾਮਾਤਾਂ ਦੀ, ਅਜ਼ਮਤਾਂ ਦੀ ਵਰਤੋਂ ਕਰਨੀ। ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਹੈ ਔਰ ਗੁਰੂ ਘਰ ਦਾ ਤਾਂ ਇਹ ਸਿਧਾਂਤ ਰਿਹਾ ਹੈ, ਉਹ ਸ਼ਾਂਤ ਹੋ ਕਰਕੇ ਭਾਵੇਂ ਤਤੀਆਂ ਤਵੀਆਂ ਤੇ ਬੈਠ ਗਏ ਪਰ ਉਹਨਾਂ ਨੇ ਅਜ਼ਮਤ ਨਹੀਂ ਦਿਖਾਈ। ਸ਼ਾਂਤ ਰਹਿਣਾ ਚਾਹੀਦਾ ਹੈ। ਕੋਈ ਵੀ ਪਸ਼ੂ ਪੰਛੀ, ਮਨੁੱਖ, ਜਾਨਵਰ ਇੱਕ ਤਰੀਕਾ ਬਣਿਆ, ਇੱਕ ਬਹਾਨਾ ਬਣਿਆ ਜਿਹਦੇ ਕਰਕੇ ਉਹ ਸੰਸਾਰ ਤੋਂ ਜਾਂਦੇ ਹਨ। ਫਿਰ ਕੀ ਹੋਇਆ? ਪਰ ਅਜ਼ਮਤ ਦੀ ਵਰਤੋਂ ਕਰਨੀ ਇਹ ਬਹੁਤ ਵੱਡਾ ਗੁਨਾਹ ਹੈ। ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ, ਫਿਰ ਬਾਬਾ ਗੁਰਦਿੱਤਾ ਜੀ ਨੇ ਇਸ ਗੱਲ ਨੂੰ ਬਹੁਤ ਭਾਰੀ ਮਹਿਸੂਸ ਕੀਤਾ ਹੈ ਕਿ ਮੈਂ ਇਹ ਬਹੁਤ ਵੱਡੀ ਜਿਹੜੀ ਗਲਤੀ ਹੈ ਕੀਤੀ ਹੈ। ਇੱਕ ਦਿਨ ਫਿਰ ਉਹ ਜੰਗਲ ਦੇ ਵਿੱਚ ਗਏ। ਉੱਥੇ ਜਾ ਕਰਕੇ ਇੱਕ ਜਗ੍ਹਾ 'ਤੇ ਉਹਨਾਂ ਨੇ ਪ੍ਰਾਣ ਛੱਡੇ। ਸਤਿਗੁਰਾਂ ਨੂੰ ਸੁਨੇਹਾ ਪਹੁੰਚਿਆ ਅਤੇ ਸਾਰੀ ਸੰਗਤ ਇਕੱਠੀ ਹੋਣ ਲੱਗ ਪਈ। ਬਾਬਾ ਗੁਰਦਿੱਤਾ ਜੀ ਨੇ ਸਰੀਰ ਛੱਡ ਦਿੱਤਾ ਹੈ। ਇੱਧਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਸਾਰੀ ਸੰਗਤ ਨੂੰ ਸੁਨੇਹੇ ਭੇਜੇ ਅਤੇ ਬਾਬਾ ਗੁਰਦਿੱਤਾ ਜੀ ਦੇ ਦੋ ਸਪੁੱਤਰ ਹਨ। ਵੱਡੇ ਦਾ ਨਾਮ ਹੈ ਬਾਬਾ ਧੀਰ ਮੱਲ ਜੀ, ਛੋਟੇ ਦਾ ਨਾਮ ਹੈ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ।
ਹੁਣ ਬਾਬਾ ਗੁਰਦਿੱਤਾ ਜੀ ਦੇ ਜਿਹੜੇ ਵੱਡੇ ਸਪੁੱਤਰ ਸਨ ਉਹ ਵੱਖਰੀ ਵਿਚਾਰਧਾਰਾ ਰੱਖਦੇ ਸੀਗੇ। ਉਹਨਾਂ ਦਾ ਸੁਭਾਅ ਵੱਖਰਾ ਹੈ। ਕਦੇ ਵੀ ਗੁਰੂ ਘਰ ਦੇ ਨਾਲ ਉਹ ਰਲ ਕੇ ਨਹੀਂ ਚੱਲੇ। ਜਿਸ ਤਰ੍ਹਾਂ ਕਦੇ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਇੱਕ ਬਹੁਤ ਲਾਲਚੀ ਬਿਰਤੀ ਧਾਰਨ ਕਰਕੇ ਪ੍ਰਿਥੀ ਚੰਦ ਧੰਨ ਗੁਰੂ ਰਾਮਦਾਸ ਜੀ ਦੇ ਵੱਡੇ ਸਪੁੱਤਰ, ਉਹ ਵੀ ਜਦੋਂ ਮਨ ਦੇ ਵਿੱਚ ਮਾਇਆ ਲਾਲਚ ਆ ਜਾਵੇ ਫਿਰ ਬੰਦਾ ਸਾਰਾ ਕੁਝ ਹੀ ਭੁੱਲ ਜਾਂਦਾ ਹੈ। ਉਹ ਵੀ ਕਦੇ ਵੀ ਸਤਿਗੁਰਾਂ ਦੇ ਨਾਲ ਮਿਲ ਕੇ ਨਹੀਂ ਚੱਲਿਆ। ਹਮੇਸ਼ਾ ਸਾਜ਼ਿਸ਼ਾਂ ਦੇ ਨਾਲ, ਗਲਤ ਹਰਕਤਾਂ ਦੇ ਨਾਲ, ਗਲਤ ਢੰਗਾਂ ਤਰੀਕਿਆਂ ਦੇ ਨਾਲ ਗੁਰਤਾ ਗੱਦੀ ਧੱਕੇ ਨਾਲ ਪ੍ਰਾਪਤ ਕਰਨ ਦਾ ਯਤਨ ਕਰਦਾ ਰਿਹਾ ਹੈ ਬਾਬਾ ਪ੍ਰਿਥੀ ਚੰਦ। ਪਰ ਗੁਰਤਾ ਗੱਦੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਹਮੇਸ਼ਾ ਆਤ ਦੀ ਨਿਮਰਤਾ ਰੱਖ ਕੇ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਅਤੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਰੱਖਿਆ। ਪ੍ਰਿਥੀ ਚੰਦ ਕਾਮਯਾਬ ਨਹੀਂ ਹੋਇਆ। ਆਖਰਕਾਰ ਹੁਣ ਉਸੇ ਰਸਤੇ 'ਤੇ ਧੀਰਮਲ ਵੀ ਚੱਲਿਆ ਹੈ। ਇਹ ਵੀ ਇਸੇ ਤਰ੍ਹਾਂ ਹੀ ਕਰਦਾ ਹੈ। ਇਹਨੇ ਬਾਦਸ਼ਾਹ ਵੱਲ, ਜਿੱਥੇ ਸਤਿਗੁਰੂ ਜੀ ਬਾਦਸ਼ਾਹ ਦੀ ਫੌਜ ਦੇ ਨਾਲ ਜੰਗ ਕਰ ਰਹੇ ਹਨ, ਜੰਗ ਜਿੱਤਦੇ ਵੀ ਹਨ, ਕਦੇ ਅੱਗੇ ਸ਼ਸਤਰ ਨਹੀਂ ਸੁੱਟੇ, ਕਦੇ ਡਰ ਨਹੀਂ ਮੰਨਿਆ। ਜਿੰਨੀ ਵਾਰ ਉਹ ਚੜ੍ਹਾਈ ਕਰਕੇ ਆਏ ਉਤਨੀ ਵਾਰ ਮੁਕਾਬਲਾ ਕੀਤਾ ਹੈ। ਉੱਥੇ ਪ੍ਰਿਥੀ ਚੰਦ, ਉੱਥੇ ਧੀਰਮਲ ਇੱਕ ਚਿੱਠੀ ਦੇ ਨਾਲ ਚਿੱਠੀ ਲਿਖ ਕੇ ਤੇ ਆਪ ਗੁਰੂ ਘਰ ਦੇ ਨਾਲ ਵੱਖਰਾ, ਗੁਰੂ ਘਰ ਤੋਂ ਵੱਖਰਾ ਹੋ ਕਰਕੇ ਤੇ ਬਾਦਸ਼ਾਹ ਦੇ ਨਾਲ ਸੁਲ੍ਹਾ ਕਰਦਾ ਹੈ। ਜਿਸ ਤਰ੍ਹਾਂ ਕਦੇ ਪ੍ਰਿਥੀ ਚੰਦ ਜਹਾਂਗੀਰ ਬਾਦਸ਼ਾਹ ਦੇ ਨਾਲ ਰਲ ਗਿਆ ਸੀਗਾ, ਸ਼ਿਕਾਇਤਾਂ ਕਰਦਾ ਹੈ, ਵਾਰ-ਵਾਰ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦਾ ਹੈ। ਤਕਰੀਬਨ ਉਸੇ ਤਰ੍ਹਾਂ ਹੀ ਹੁਣ ਉਸੇ ਰਸਤੇ 'ਤੇ ਚੱਲ ਰਿਹਾ ਹੈ ਧੀਰਮਲ। ਬਾਦਸ਼ਾਹ ਨੂੰ ਚਿੱਠੀ ਦੇ ਨਾਲ ਲਿਖਦਾ ਹੈ ਕਿ ਇਹ ਬਾਦਸ਼ਾਹ, ਮੈਂ ਤੇਰੇ ਨਾਲ ਹਾਂ, ਮੈਂ ਨਹੀਂ ਚਾਹੁੰਦਾ ਇਹ ਸਤਿਗੁਰੂ ਜੀ ਸ਼ਾਸਤਰ ਚੁੱਕਣ ਤੇ ਇਸ ਤਰ੍ਹਾਂ ਦੇ ਜੰਗ ਯੁੱਧ ਹੋਵੇ। ਮੈਂ ਤੁਹਾਡੀ ਅਧੀਨਗੀ ਕਬੂਲ ਕਰਦਾ ਹਾਂ। ਜਿਸ ਤਰ੍ਹਾਂ ਬਾਦਸ਼ਾਹ ਦੀ ਸਰਪ੍ਰਸਤੀ ਵਿੱਚ ਬਾਕੀ ਸਾਰਾ ਦੇਸ਼ ਰਹਿੰਦਾ ਹੈ, ਮੈਂ ਵੀ ਉਸੇ ਤਰ੍ਹਾਂ ਚੱਲਾਂਗਾ ਤੇ ਮੈਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਏ। ਹੁਣ ਇਸ ਗੱਲ ਦਾ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ। ਇੱਧਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ ਹੋਇਆ ਹੈ ਔਰ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਧੀਰਮਲ ਜੀ ਇਹ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹਨ ਔਰ ਬਾਕੀ ਸੰਗਤਾਂ ਦੇ ਨਾਲ ਇਹ ਸਤਿਗੁਰਾਂ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਨਹੀਂ ਗਏ ਅਤੇ ਪਵਿੱਤਰ ਗ੍ਰੰਥ ਵੀ ਉੱਥੇ ਰਖਵਾ ਲਿਆ, ਆਪ ਵੀ ਇੱਥੇ ਰਹਿ ਗਏ। ਅਤੇ ਜਿੰਨੀਆਂ ਕਰਤਾਰਪੁਰ ਸਾਹਿਬ ਜੀ ਦਾ ਵੱਡਾ ਨਗਰ ਬਾਬਾ ਗੁਰਦਿੱਤਾ ਜੀ ਨੇ, ਛੇਵੇਂ ਪਾਤਸ਼ਾਹ ਜੀ ਨੇ ਬਹੁਤ ਵੱਡਾ ਧਨ ਦੌਲਤ ਦੇ ਕਰਕੇ ਸੋਹਣਾ ਨਗਰ ਬਣਵਾਇਆ ਹੈ ਅਤੇ ਉਹਦੇ 'ਤੇ ਕਬਜ਼ਾ ਕਰ ਲਿਆ ਧੀਰਮਲ ਨੇ, ਸਾਰਾ ਕੁਛ ਸੰਭਾਲ ਲਿਆ ਹੈ। ਗਰੀਬ ਨਿਵਾਜ ਔਰ ਬਾਕੀ ਸਿੱਖ ਸੰਗਤਾਂ ਨੇ ਚਲੋ ਮਨ ਦੇ ਵਿੱਚ ਵਿਚਾਰ ਕੀਤਾ, ਸੰਗਤਾਂ ਨੇ ਜਾਂ ਸਤਿਗੁਰਾਂ ਨੇ ਵੀ ਕਿਹਾ ਚਲੋ ਆਖਰ ਹੈ ਤਾਂ ਪੁੱਤਰ ਹੀ, ਸ਼ਾਇਦ ਸਹੀ ਰਸਤੇ 'ਤੇ ਆ ਜਾਏ। ਆਉਣ ਵਾਲੇ ਸਮੇਂ ਦੇ ਅੰਦਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਹਨ, ਧੀਰਮਲ ਜੀ ਕਰਤਾਰਪੁਰ ਸਾਹਿਬ ਜੀ ਦੇ ਅਸਥਾਨ 'ਤੇ ਹਨ ਔਰ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰ ਗਏ ਅਤੇ ਸੁਨੇਹਾ ਭੇਜਿਆ ਗਿਆ ਕਿ ਉਹਨਾਂ ਦੀਆਂ ਅੰਤਮ ਕਿਰਿਆ, ਉਹਨਾਂ ਦੇ ਜਿਹੜੇ ਕਾਰ ਵਿਹਾਰ ਹਨ ਉਹਨਾਂ ਦੇ ਕਰਨ ਵਾਸਤੇ ਵੱਡਾ ਸਪੁੱਤਰ ਜਿਹੜਾ ਹੈ ਉਹ ਹਾਜ਼ਰ ਹੋਵੇ। ਸੰਗਤਾਂ ਸੁਨੇਹਾ ਲੈ ਕਰਕੇ ਧੀਰਮਲ ਦੇ ਕੋਲ ਪਹੁੰਚੀਆਂ, ਪਰ ਧੀਰਮਲ ਨੇ ਸਾਰੀ ਜਾਣਕਾਰੀ ਲੈ ਕਰਕੇ ਕਈ ਤਰ੍ਹਾਂ ਦੇ ਕੋਈ ਕਠੋਰ ਵਚਨ ਬੋਲੇ ਅਤੇ ਮਨ ਦੇ ਵਿੱਚ ਇਹ ਵਿਚਾਰ ਆਇਆ, ਮੈਂ ਤਾਂ ਹੁਣ ਬਾਦਸ਼ਾਹ ਦੇ ਨਾਲ ਚੱਲਦਾ ਹਾਂ ਅਤੇ ਜੇ ਪਿਤਾ ਜੀ ਦੇ ਕੋਲ, ਦਾਦਾ ਜੀ ਦੇ ਕੋਲ, ਭਾਵ ਸਾਹਿਬ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਵਾਂਗਾ ਅਤੇ ਫਿਰ ਬਾਦਸ਼ਾਹ ਮੇਰੇ 'ਤੇ ਰੋਸ ਕਰੇਗਾ, ਕਿਤੇ ਇੰਝ ਨਾ ਹੋ ਜਾਵੇ ਬਾਦਸ਼ਾਹ ਮੇਰੇ ਨਾਲ ਨਾਰਾਜ਼ ਹੋ ਗਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਤਾਰਪੁਰ ਸਾਹਿਬ ਸਾਰਾ ਹੀ ਬਾਦਸ਼ਾਹ ਮੱਲ ਲਵੇ, ਮੈਂ ਇਹਦਾ ਮਾਲਕ ਹਾਂ। ਹੁਣ ਧੀਰਮਲ ਕਈ ਤਰ੍ਹਾਂ ਦੇ ਮਨ ਦੇ ਵਿੱਚ ਲਾਲਚ ਰੱਖ ਕੇ ਬਾਦਸ਼ਾਹ ਵਾਲੇ ਪਾਸੇ ਧਿਆਨ ਦਿੰਦਾ ਹੋਇਆ ਜਿਹੜੇ ਕੁਝ ਸੁਨੇਹੇ ਲੈ ਕਰਕੇ ਸੇਵਕ ਪਹੁੰਚੇ ਹਨ ਕਿ ਤੁਹਾਨੂੰ ਉੱਥੇ ਪਹੁੰਚਣਾ ਚਾਹੀਦਾ ਹੈ,
ਬਾਬਾ ਧੀਰਮਲ ਨੇ ਆਪਣੇ ਪਿਤਾ ਦੇ ਅੰਤ ਸਮੇਂ ਵੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾਣ ਤੋਂ ਜਵਾਬ ਦੇ ਦਿੱਤਾ। ਹੁਣ ਉਹ ਜਿਹੜੇ ਸੇਵਕ ਸਨ ਉਹ ਬਾਬਾ ਧੀਰਮਲ ਜੀ ਦੇ ਮਾਤਾ ਜੀ ਦੇ ਕੋਲ, ਮਾਤਾ ਉਸ ਵੇਲੇ ਅਨੰਤੀ ਜੀ ਜਿਹੜੇ ਸਨ ਉਹਨਾਂ ਦੇ ਕੋਲ ਪਹੁੰਚੇ ਕਿ ਤੁਸੀਂ ਆਪਣੇ ਬੱਚੇ ਨੂੰ ਸਮਝਾਓ। ਧੀਰਮਲ ਜੀ ਨੂੰ ਸਮਝਾਇਆ ਜਾਏ ਕਿ ਪਿਤਾ ਦੀਆਂ ਅੰਤਮ ਜਿਹੜੀਆਂ ਵੱਡੇ ਪੁੱਤਰ ਦੀਆਂ ਰਸਮਾਂ ਹੁੰਦੀਆਂ ਹਨ ਉਹਨਾਂ ਨੂੰ ਨਿਭਾਉਣ ਵਾਸਤੇ ਉਹ ਜਾਣਾ ਜ਼ਰੂਰੀ ਹੈ, ਉਹਨਾਂ ਦਾ ਉਹ ਜਾਣ। ਹੁਣ ਮਾਤਾ ਜੀ ਨੇ ਵੀ ਧੀਰਮਲ ਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਹੈ। ਇੱਥੋਂ ਤੱਕ ਇਤਿਹਾਸ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ, ਮਾਤਾ ਜੀ ਧੀਰਮਲ ਜੀ ਨੂੰ ਸਮਝਾ ਰਹੇ ਹਨ। ਕਹਿਣ ਲੱਗੇ ਕਿ ਹੇ ਬੇਟਾ, ਤੁਹਾਡੇ ਪਿਤਾ ਜੀ ਦਾ ਅਕਾਲ ਚਲਾਣਾ ਹੋਇਆ ਹੈ, ਤੁਹਾਡਾ ਜਾਣਾ ਜ਼ਰੂਰੀ ਹੈ। ਪਰ ਧੀਰਮਲ ਪਿਤਾ ਜੀ ਔਰ ਦਾਦਾ ਜੀ ਨੂੰ ਛੱਡ ਕੇ ਤੇ ਬਾਦਸ਼ਾਹ ਦੇ ਬਾਰੇ ਜ਼ਿਆਦਾ ਸੋਚਦਾ ਹੋਇਆ ਜਿਸ ਤਰ੍ਹਾਂ ਨਾ ਕਰਦਾ ਹੈ ਜਾਂ ਮਨ ਦੇ ਵਿੱਚ ਲਾਲਚੀ ਬਿਰਤੀ ਰੱਖਦਾ ਹੈ। ਆਓ ਜਿਹੜਾ ਭਾਵਨਾ ਸਹਿਤ ਅਗਲੇਰਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰੀਏ। ਪਾਤਸ਼ਾਹ ਜੀ ਨੇ ਸੁਨੇਹਾ ਭੇਜਿਆ ਹੈ ਕਿ ਧੀਰਮਲ ਨੂੰ ਲੈ ਕਰਕੇ ਆਓ ਅਤੇ ਜੋ ਉੱਥੇ ਪਾਵਨ ਗ੍ਰੰਥ ਹੈ ਜਿਹਦਾ ਪਾਠ ਕੀਤਾ ਜਾਣਾ ਹੈ। ਜਦੋਂ ਮਾਤਾ ਗੰਗਾ ਜੀ ਚੜ੍ਹਾਈ ਕੀਤੇ ਅਤੇ ਉਦੋਂ ਵੀ 6ਵੇਂ ਪਾਤਸ਼ਾਹ ਜੀ ਦੇ ਵੇਲੇ ਪਾਠ ਕੀਤਾ ਗਿਆ ਸੀਗਾ ਗੁਰਬਾਣੀ ਦਾ ਸਹਿਜ ਪਾਠ। ਅਤੇ ਬਾਕੀ ਜਦੋਂ ਵੀ ਕੋਈ ਕਿਸੇ ਦਾ ਅੰਤ ਵੇਲਾ ਹੋਇਆ ਹੈ, ਅੰਤਮ ਸਮੇਂ ਸਹਿਜ ਪਾਠ ਹੁੰਦਾ ਰਿਹਾ ਹੈ। ਇਸ ਕਰਕੇ ਹੁਣ ਧੀਰਮਲ ਜੀ ਨੂੰ ਸੁਨੇਹਾ ਭੇਜਿਆ ਗਿਆ ਹੈ ਕਿ ਭਾਈ ਨਾਲੇ ਤਾਂ ਆਪ ਪਹੁੰਚ, ਨਾਲੇ ਉਹ ਪਵਿੱਤਰ ਜਿਹੜਾ ਗ੍ਰੰਥ ਹੈ ਉਹ ਲੈ ਕਰਕੇ ਇੱਥੇ ਪਹੁੰਚੋ, ਕਿਉਂਕਿ ਅੰਮ੍ਰਿਤ ਗੁਰਬਾਣੀ ਦਾ ਜਿਹੜਾ ਗ੍ਰੰਥ ਹੈ ਉਹ ਧੀਰਮਲ ਦੇ ਪਾਸ ਹੀ ਸੀਗਾ। ਧੀਰਮਲ ਦੇ ਨਹੀਂ ਸੀ ਰਿਹਾ ਔਰ ਸਤਿਗੁਰਾਂ ਨੇ ਬਹੁਤੀ ਸਖਤੀ ਨਹੀਂ ਕੀਤੀ। ਹੁਣ ਧੀਰਮਲ ਦੇ ਕੋਲ ਜਿਸ ਤਰ੍ਹਾਂ ਮਾਤਾ ਜੀ ਸਮਝਾ ਰਹੇ ਹਨ, ਆਓ ਅਗਲੇਰਾ ਇਤਿਹਾਸ ਸਰਵਣ ਕਰੀਏ। ਭਾਵਨਾ ਸਹਿਤ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਹੁਣ ਧੀਰਮਲ ਆਖਦਾ ਹੈ ਆਪਣੀ ਮਾਂ ਨੂੰ, ਕਹਿਣ ਲੱਗੇ ਕਿ ਸਾਰਾ ਕੁਛ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਤਰ੍ਹਾਂ ਚਾਹੁੰਦੇ ਹਨ ਉਸੇ ਤਰ੍ਹਾਂ ਕਰਦੇ ਹਨ। ਔਰ ਗੁਰ ਤੇ ਕਛੂ ਹਾਥ ਨ ਐ ਹੈ, ਸਤਿਗੁਰਾਂ ਦੇ ਪਾਸੋਂ। ਹੁਣ ਮਾਤਾ ਨੇ ਵੀ ਗੱਲ ਸਮਝਾਈ ਹੈ, ਹੇ ਪੁੱਤਰ, ਜੇ ਤੂੰ ਆਪਣੇ ਪਿਤਾ ਜੀ ਦੇ ਅੰਤ ਵੇਲੇ ਇਹਨਾਂ ਕਾਰਜਾਂ ਦੇ ਵਿੱਚ ਸ਼ਾਮਲ ਨਾ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੂੰ ਮਨ ਦੇ ਵਿੱਚ ਆਸ ਲਾਈ ਬੈਠਾ ਹੈ ਕਿ ਗੁਰਤਾ ਗੱਦੀ ਮੈਨੂੰ ਮਿਲੇਗੀ, ਜੇ ਤੂੰ ਗੁਰੂ ਘਰ ਦੇ ਨਾਲ ਨਾਤਾ ਨਾ ਰੱਖਿਆ, ਜੇ ਗੁਰੂ ਘਰ ਦੇ ਨਾਲ ਸਾਂਝ ਨਾ ਰੱਖੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੈਨੂੰ ਗੁਰਤਾ ਗੱਦੀ ਨਹੀਂ ਮਿਲਦੀ। ਹੁਣ ਧੀਰਮਲ ਕਹਿਣ ਲੱਗਾ ਕਿ ਮੈਨੂੰ ਤਾਂ ਪਹਿਲਾਂ ਹੀ ਇਸ ਗੱਲ ਦੀ ਸਤਿਗੁਰਾਂ ਦੇ ਵੱਲੋਂ ਕੋਈ ਆਸ ਨਹੀਂ ਹੈ, ਤੇ ਜੇ ਮੈਂ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਜਾ ਕਰਕੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤੇ ਪਿਤਾ ਜੀ ਦੀ ਅੰਤਮ ਕਿਰਿਆ ਦੇ ਵਿੱਚ ਸ਼ਾਮਲ ਹੁੰਦਾ ਹਾਂ, ਤੇ ਕਹਿਣ ਲੱਗਾ ਇਸ ਤਰ੍ਹਾਂ ਫਿਰ ਜਿਹੜੀ ਬਾਦਸ਼ਾਹ ਦੇ ਨਾਲ ਮੈਂ ਸੰਧੀ ਕੀਤੀ ਹੈ, ਮੇਰੀ ਬਾਦਸ਼ਾਹ ਦੇ ਨਾਲ ਜਿਹੜੀ ਸੁਲ੍ਹਾ ਹੋਈ ਹੈ ਉਹਦੇ ਉੱਪਰ ਬਹੁਤ ਵੱਡੇ ਤਰਕ ਉੱਠਣਗੇ। ਔਰ ਪਿਤਾ ਜੀ ਨੇ ਜਿੱਥੇ ਮੈਨੂੰ ਸੱਦਿਆ ਹੈ ਨਾਲ ਇਹ ਪਾਵਨ ਗੁਰਬਾਣੀ ਦਾ ਜਿਹੜਾ ਗ੍ਰੰਥ ਹੈ ਇਹ ਵੀ ਮੰਗਵਾਇਆ ਹੈ। ਜੇ ਮੈਂ ਗ੍ਰੰਥ ਲੈ ਕਰਕੇ ਚਲਿਆ ਗਿਆ, ਬਾਅਦ ਵਿੱਚ ਹੋ ਸਕਦਾ ਹੈ ਕਿ ਗ੍ਰੰਥ ਮੈਨੂੰ ਮਿਲੇ ਹੀ ਨਾ, ਗ੍ਰੰਥ ਦਿੱਤਾ ਹੀ ਨਾ ਜਾਵੇ। ਹੁਣ ਧੀਰਮਲ ਸੋਚਦਾ ਹੈ ਕਿ ਸ਼ਾਇਦ ਬਾਕੀ ਗੁਰੂ ਸਾਹਿਬਾਨਾਂ ਦੇ ਕੋਲ ਗ੍ਰੰਥ ਸੀਗਾ, ਅੰਮ੍ਰਿਤ ਗੁਰਬਾਣੀ ਦਾ ਸੋਮਾ ਸੀਗਾ, ਪਵਿੱਤਰ ਗੁਰਬਾਣੀ ਸੀਗੀ, ਤਾਂ ਹੀ ਉਹਨਾਂ ਦਾ ਮਾਣ ਸਤਿਕਾਰ ਸੀਗਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਅੰਮ੍ਰਿਤ ਬਾਣੀ ਦਾ ਸ਼੍ਰੀ ਆਦਿ ਗ੍ਰੰਥ ਸਾਹਿਬ ਮੇਰੇ ਕੋਲ ਹੋਏਗਾ ਅਤੇ ਸੰਗਤਾਂ ਸਾਰੀਆਂ ਮੈਨੂੰ ਆਪਣੇ ਆਪ ਹੀ ਗੁਰੂ ਮੰਨ ਲੈਣਗੀਆਂ, ਆਪਣੇ ਆਪ ਹੀ ਮੇਰੇ ਅੱਗੇ ਝੁਕਣਗੀਆਂ। ਕੁਝ ਸੰਗਤਾਂ ਧੀਰਮਲ ਨੇ ਆਪਣੇ ਪਿੱਛੇ ਲਾ ਵੀ ਲਈਆਂ ਹਨ। ਹੁਣ ਧੀਰਮਲ ਸੋਚਦਾ ਹੈ ਜੇ ਮੈਂ ਚਲਿਆ ਗਿਆ, ਅੰਮ੍ਰਿਤ ਗੁਰਬਾਣੀ ਦਾ ਗ੍ਰੰਥ ਵੀ ਲੈ ਗਿਆ, ਇਹ ਸਾਰਾ ਕੁਝ ਬਾਅਦ ਵਿੱਚ ਮੈਨੂੰ ਨਹੀਂ ਮਿਲੇਗਾ। ਤੇ ਕਹਿਣ ਲੱਗਾ, ਹੇ ਮਾਂ, ਇਸ ਤਰ੍ਹਾਂ ਜਾਣ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਮੈਂ ਬਿਲਕੁਲ ਖਾਲੀ ਹੋ ਜਾਵਾਂਗਾ। ਔਰ ਕਹਿਣ ਲੱਗਾ ਕਿ ਜਿਹੜਾ ਗ੍ਰੰਥ ਨਿਕਟ ਤੇ ਗੁਰ ਮੈਂ ਆਹੋਂ,
ਮੇਰੇ ਕੋਲ ਅੰਮ੍ਰਿਤ ਗੁਰਬਾਣੀ ਦਾ ਗ੍ਰੰਥ ਹੈ ਤੇ ਸੰਗਤਾਂ ਪਵਿੱਤਰ ਗ੍ਰੰਥ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ, ਮੈਨੂੰ ਮਿਲਦੀਆਂ ਹਨ, ਨਾਲੇ ਮੇਰੀ ਪੂਜਾ ਹੁੰਦੀ ਹੈ, ਨਾਲੇ ਮੇਰੇ ਕੋਲ ਚੜਾਵੇ ਚੜ੍ਹਦੇ ਹਨ, ਸੰਗਤਾਂ ਬੇਅੰਤ ਆਉਂਦੀਆਂ, ਮਾਣ ਸਤਿਕਾਰ ਕਰਦੀਆਂ। ਕਹਿਣ ਲੱਗਾ ਆਪਣੀ ਮਾਤਾ ਨੂੰ ਕਿ ਇਹ ਮੇਰਾ ਜਿਹੜਾ ਮਾਣ ਸਤਿਕਾਰ ਹੈ ਜਾਂ ਮੈਨੂੰ ਜਿਹੜਾ ਗੁਰੂ ਦੀ ਤਰ੍ਹਾਂ ਸਤਿਕਾਰ ਮਿਲ ਰਿਹਾ ਹੈ, ਇਹ ਪਾਵਨ ਅੰਮ੍ਰਿਤ ਗੁਰਬਾਣੀ ਦੇ ਕਰਕੇ ਹੀ ਹੈ। ਤੇ ਕਹਿਣ ਲੱਗੇ ਕਿਉਂ ਗੁਰ ਕੋ ਗੁਰ ਨਹਿ ਬਣੋ। ਕਹਿਣ ਲੱਗੇ ਕਿਵੇਂ ਮੈਂ ਅੰਮ੍ਰਿਤ ਗੁਰਬਾਣੀ ਦਾ ਗ੍ਰੰਥ ਦੇ ਕਰਕੇ ਖਾਲੀ ਹੋ ਜਾਵਾਂ, ਸ਼ੂਸ਼ਾ ਹੋ ਜਾਵਾਂ, ਅੰਮ੍ਰਿਤ ਗੁਰਬਾਣੀ ਦਾ ਸੋਮਾ ਗਵਾ ਕਰਕੇ ਫਿਰ ਮੈਂ ਕਿਵੇਂ ਗੁਰੂ ਬਣਾਂਗਾ। ਛੇਵੇਂ ਪਾਤਸ਼ਾਹ ਜੀ ਤਾਂ ਕਦੇ ਗੁਰੂ ਕੇ ਜਿਹੜੇ ਬਾਕੀ ਸਿੱਖ ਹਨ ਉਹ ਮੈਨੂੰ ਇਸ ਤਰ੍ਹਾਂ ਜੋ ਗੁਰੂ ਉਹ ਨਹੀਂ ਬਣਾਉਣਗੇ। ਔਰ ਫਿਰ ਆਪਣੀ ਮਾਤਾ ਨੂੰ ਜਵਾਬ ਦੇ ਦਿੱਤਾ। ਆਪਣੇ ਪਿਤਾ ਜੀ ਦੇ ਅੰਤ ਵੇਲੇ ਸ਼ਾਮਲ ਹੋਣ ਤੋਂ ਧੀਰਮਲ ਨੇ ਕਹਿਣ ਲੱਗਾ ਕਿ ਮੈਂ ਇਹ ਸੱਚ ਗੱਲ ਆਖਦਾ ਹਾਂ, ਤਿੰਨ ਢਿੱਗ ਜਾਉ ਨਾ ਮੈਂ ਸਾਚ ਭਣੋ। ਹੇ ਮਾਂ, ਮੈਂ ਸੱਚ ਆਖਦਾ ਹਾਂ, ਮੈਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਨਹੀਂ ਜਾਵਾਂਗਾ। ਤੇ ਜੇ ਤੁਹਾਡੇ ਮਨ ਦੀ ਇੱਛਾ ਹੈ ਤਵ ਚਿੱਤ ਮੈਂ ਜੇ ਪਹੁੰਚਣ ਤਾਂ ਹਾਂ, ਜੇ ਤੁਹਾਡਾ ਮਨ ਕਰਦਾ ਹੈ ਉੱਥੇ ਜਾਣ ਦਾ ਤੇ ਕਹਿਣ ਲੱਗੇ ਤੁਹਾਡੀ ਮਰਜ਼ੀ ਹੈ। ਤੇ ਤੁਸੀਂ ਦਿਨ ਚੜ੍ਹਦਿਆਂ ਸਾਰੀ ਮਾਤਾ ਜੀ ਨੇ ਰਾਤ ਵੇਲੇ ਬੜਾ ਲੰਮਾ ਸਮਾਂ ਧੀਰਮਲ ਨੂੰ ਸਮਝਾਇਆ ਹੈ, ਪਰ ਧੀਰਮਲ ਨਹੀਂ ਸਮਝਿਆ। ਕਹਿਣ ਲੱਗਾ ਹੇ ਮਾਤਾ ਜੀ, ਪਿਤਾ ਜੀ ਦੇ ਅੰਤ ਵੇਲੇ ਤੁਸੀਂ ਭਾਵੇਂ ਸ਼ਾਮਲ ਹੋ ਜਾਓ, ਤੁਸੀਂ ਚਲੇ ਜਾਓ ਦਿਨ ਚੜ੍ਹਦਿਆਂ ਸਾਰੀ, ਪਰ ਮੈਂ ਨਹੀਂ ਜਾਵਾਂਗਾ। ਔਰ ਕਾਰਨ ਉਚਬ ਔਰ ਕਹਿ ਬੇਜੋਗ, ਇਹ ਬਹੁਤ ਵੱਡਾ ਕਾਰਨ ਹੈ। ਦੁਨੀਆ ਕੀ ਆਖੇਗੀ, ਬਾਦਸ਼ਾਹ ਕੀ ਆਖੇਗਾ, ਕੀ ਸਮਝੇਗਾ ਜੇ ਮੈਂ ਉੱਥੇ ਚਲਿਆ ਗਿਆ। ਇਹ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਮੈਂ ਜਾ ਨਹੀਂ ਸਕਦਾ ਹਾਂ। ਤੇ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ, ਤੁਹਾਨੂੰ ਠੀਕ ਲੱਗਦਾ ਹੈ, ਉੱਥੇ ਜਾ ਕਰਕੇ ਤੁਸੀਂ ਇਹ ਸਾਰੇ ਕਾਰਜ ਕਰਕੇ ਆਓ ਜੇ। ਔਰ ਹੁਣ ਇਸ ਤਰ੍ਹਾਂ ਬਚਨ ਵਿਲਾਸ ਕਰਨ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੀ ਸੁਪਤਨੀ ਬਾਬਾ ਧੀਰਮਲ ਜੀ ਦੀ ਮਾਤਾ ਜੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਜਿਹੜਾ ਅਖੀਰ ਵੇਲੇ ਦਾ ਇਹ ਕਾਰਜ ਹੈ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਰਿਆਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਵੱਡ ਨੰਦਨ ਕਹਿਣ ਲੱਗੇ ਕਿ ਇਮ ਤਿਆਰ ਹੋਈ ਤਬ ਨੇਤੀ। ਇਸ ਤਰ੍ਹਾਂ ਫਿਰ ਮਾਤਾ ਜੀ ਤਿਆਰ ਹੋ ਗਏ ਹਨ। ਔਰ ਵੱਡੇ ਪੁੱਤਰ ਦੇ ਨਾਲ ਸਲਾਹ ਕੀਤੀ ਧੀਰਮਲ ਦੇ ਨਾਲ, ਪਰ ਉਹ ਨਹੀਂ ਮੰਨਿਆ ਹੈ। ਔਰ ਦਿਨ ਚੜ੍ਹਦਿਆਂ ਸਾਰੀ ਰੱਥ ਜਿਹੜੇ ਹਨ ਉਹ ਜੋੜੇ ਗਏ, ਘੋੜਿਆਂ ਦੇ ਨਾਲ ਤਿਆਰ ਹੋਏ ਹਨ। ਤੇ ਕਾਲੀ ਦੇ ਨਾਲ ਫਿਰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਵਾਲੇ ਪਾਸੇ ਚੱਲੇ ਹਨ। ਤੇ ਕਾਲੀ ਦੇ ਨਾਲ ਸਾਰਾ ਰਸਤਾ ਜਿਹੜਾ ਮਾਤਾ ਜੀ ਨੇ ਤੈਅ ਕੀਤਾ ਹੈ। ਔਰ ਉਸ ਵੇਲੇ ਫਿਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਨਾ ਤਾਂ ਅੰਮ੍ਰਿਤ ਗੁਰਬਾਣੀ ਦਾ ਪਵਿੱਤਰ ਗ੍ਰੰਥ ਪਹੁੰਚਿਆ ਹੈ, ਨਾ ਹੀ ਬਾਬਾ ਧੀਰਮਲ ਜੀ ਪਹੁੰਚੇ ਹਨ। ਕੇਵਲ ਰੱਥ ਦੇ ਉੱਪਰ ਮਾਤਾ ਜੀ ਹੀ ਗਏ ਹਨ। ਔਰ ਮਨ ਦੇ ਵਿੱਚ ਬਹੁਤ ਵੱਡਾ ਸ਼ੋਕ ਹੈ, ਬੜੀ ਵੱਡੀ ਮਾਤਾ ਜੀ ਦੇ ਚਿੰਤਾ ਹੈ। ਪਤੀ ਦੇ ਸੰਸਾਰ ਦੇ ਵਿੱਚੋਂ ਅਚਾਨਕ ਚਲਾਣਾ ਸੁਣਿਆ ਹੈ, ਮਨ ਦੇ ਵਿੱਚ ਬਹੁਤ ਵੱਡਾ ਗਹਿਰਾ ਸਦਮਾ ਹੈ। ਬੇਅੰਤ ਗੁਰੂ ਕੇ ਪਿਆਰੇ, ਸਤਿਗੁਰਾਂ ਦੇ ਯੋਧੇ, ਸਤਿਗੁਰਾਂ ਦੇ ਜਰਨੈਲ ਤੇ ਬੇਅੰਤ ਸੰਗਤਾਂ ਦੂਰ ਨੇੜੇ ਤੋਂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੀਆਂ ਹਨ। ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਹਨ ਤੇ ਨੀਵੀਆਂ ਪਾ ਕਰਕੇ ਬੜੇ ਸ਼ਾਂਤ ਹੋ ਕਰਕੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਨ। ਔਰ ਦੋਨਾਂ ਸੱਸਾਂ ਨੂੰ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਉਹਨਾਂ ਨੂੰ ਇਹ ਆਪਣੀਆਂ ਸੱਸਾਂ ਨੂੰ ਮਾਤਾ ਜੀ ਮਿਲੇ ਹਨ। ਔਰ ਮਨ ਦੇ ਵਿੱਚ ਵਿਚਾਰ ਹੈ ਔਰ ਵਿਅਕਤ ਕਰ ਰਹੇ ਹਨ ਕਿ ਮੈਂ ਅੰਤ ਵੇਲੇ ਆਪਣੇ ਪਤੀ ਦੇ ਦਰਸ਼ਨ ਨਹੀਂ ਕਰ ਸਕੀ ਹਾਂ। ਔਰ ਫਿਰ
ਲੰਮਾ ਸਮਾਂ ਭਾਰੀ ਦੁੱਖ ਮਹਿਸੂਸ ਹੋਇਆ ਹੈ। ਹੌਲੀ ਫਿਰ ਧੀਰਜ ਪ੍ਰਾਪਤ ਹੋਇਆ ਹੈ। ਧੀਰ ਮਲ ਕੀ ਗਾਥ ਉਚਾਰੀ। ਤੇ ਫਿਰ ਗੁਰੂ ਕੀ ਸੰਗਤ ਨੇ ਔਰ ਸਤਿਗੁਰਾਂ ਨੇ ਪੁੱਛਿਆ ਹੈ ਕਿ ਧੀਰਮਲ ਔਰ ਪਾਵਨ ਗੁਰਬਾਣੀ ਦਾ ਗ੍ਰੰਥ ਨਹੀਂ ਪਹੁੰਚਿਆ ਹੈ। ਹੁਣ ਫਿਰ ਸਾਰਾ ਕੁਝ ਮਾਤਾ ਜੀ ਨੇ ਸੁਣਾਇਆ। ਧੀਰਮਲ ਕੀ ਗਾਥ ਸੁਣਾਈ। ਜਿਸ ਤਰ੍ਹਾਂ ਧੀਰਮਲ ਨੇ ਕਿਹਾ ਹੈ ਸਾਰਾ ਕੁਝ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਣਾਇਆ ਹੈ। ਔਰ ਜਿਸ ਤਰ੍ਹਾਂ ਸਮਝਾਇਆ ਹੈ, ਜਿਸ ਤਰ੍ਹਾਂ ਬਾਕੀ ਵੀ ਸਿੱਖਾਂ ਨੇ ਕਿਹਾ ਹੈ, ਵਾਰ-ਵਾਰ ਬੇਨਤੀ ਕੀਤੀ ਹੈ ਧੀਰਮਲ ਜੀ ਨੂੰ, ਪਰ ਉਹਨੇ ਆਪਣੀ ਜਿੱਦ ਨਹੀਂ ਛੱਡੀ, ਈਰਖਾ ਨਹੀਂ ਛੱਡੀ, ਮਨ ਦੇ ਵਿੱਚ ਲਾਲਚ ਹੈ ਔਰ ਇਸ ਤਰ੍ਹਾਂ ਫਿਰ ਆਪਣਾ ਹੀ ਪੰਥ ਚਲਾ ਕਰਕੇ ਆਪਣੇ ਹਿਸਾਬ ਦੇ ਨਾਲ ਹੀ ਬੈਠਾ ਹੈ, ਚੱਲ ਰਿਹਾ ਹੈ। ਤੇ ਸਾਰਿਆਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਬੜਾ ਧੀਰਮਲ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਤੇ ਸਾਰਾ ਕੁਝ ਮਾਤਾ ਜੀ ਨੇ ਦਾਸੀ ਨੂੰ, ਸੇਵਕਾਂ ਨੂੰ ਦੱਸਿਆ ਹੈ ਔਰ ਸਾਰਾ ਕੁਝ ਪਾਤਸ਼ਾਹ ਜੀ ਤੱਕ ਪਹੁੰਚਿਆ ਹੈ। ਔਰ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਦੇ ਨੇੜੇ ਜਾ ਕਰਕੇ ਸਾਰਾ ਕੁਝ ਸਤਿਗੁਰਾਂ ਨੂੰ ਦੱਸਿਆ ਗਿਆ ਹੈ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੀਰ ਮਲ ਦੀ ਜਿਹੜੀ ਨੀਅਤ ਹੈ ਉਹਦੇ ਵਿੱਚ ਖੋਟ ਹੈ, ਨੀਅਤ ਮਾੜੀ ਹੋ ਚੁੱਕੀ ਹੈ, ਉਹ ਬੜਾ ਲਾਲਚੀ ਹੋ ਚੁੱਕਾ ਹੈ। ਇਸ ਕਰਕੇ ਇੰਨਾ ਵੱਡਾ ਕੰਮ ਹੋਇਆ ਹੈ, ਪਿਤਾ ਦੀ ਅਕਾਲ ਚਲਾਣੇ ਤੇ ਵੀ ਨਹੀਂ ਪਹੁੰਚਿਆ ਹੈ, ਇੰਨਾ ਲਾਲਚ ਮਨ ਦੇ ਵਿੱਚ ਹੈ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਹੁਣ ਉਹਨਾਂ ਦਾ ਪੋਤਰਾ ਹੈ ਬਾਬਾ ਧੀਰਮਲ, ਪਰ ਮਨ ਦੇ ਵਿੱਚ ਲਾਲਚ ਆ ਗਿਆ ਹੈ, ਮੋਹ ਮਾਇਆ ਪਦਾਰਥਾਂ ਦੇ ਨਾਲ ਪਿਆਰ ਜਿਹੜਾ ਉਹ ਬਣ ਗਿਆ ਹੈ, ਸਤਿਗੁਰਾਂ ਦੀ ਕੀਰਤੀ ਨੂੰ ਸਮਝ ਨਹੀਂ ਸਕਿਆ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਾ ਕੁਝ ਸੁਣ ਕੇ ਪਾਤਸ਼ਾਹ ਜੀ ਸ਼ਾਂਤ ਰਹੇ ਹਨ। ਔਰ ਸਤਿਗੁਰਾਂ ਨੇ ਬਚਨ ਕੀਤਾ ਹੈ, ਕਹਿਣ ਲੱਗੇ ਪ੍ਰਿਥੀ ਚੰਦ ਦੇ ਵਾਂਗ ਧੀਰਮਲ ਦੀ ਵੀ ਨੀਅਤ ਹੋ ਚੁੱਕੀ ਹੈ, ਪ੍ਰਾਪਤ ਕੁਛ ਨਹੀਂ ਹੋਣਾ, ਸਾਰੀ ਜ਼ਿੰਦਗੀ ਦੌੜਦਾ ਰਹੇਗਾ। ਸਤਿਗੁਰਾਂ ਨੇ ਬਚਨ ਕੀਤਾ, ਇਹਦਾ ਨੀਤੀ, ਇਹਦੀ ਜਿਹੜੀ ਸੋਚ ਹੈ, ਇਹ ਕਦੇ ਜਿਸ ਤਰ੍ਹਾਂ ਪ੍ਰਿਥੀ ਚੰਦ ਸੀਗਾ ਉਸੇ ਤਰ੍ਹਾਂ ਦਾ ਸੁਭਾਅ ਇਹਨੇ ਧਾਰਨ ਕਰ ਲਿਆ ਹੈ। ਔਰ ਜਿਹੜੀ ਸਪੁੱਤਰ ਦੀ ਕਿਰਿਆ, ਸਪੁੱਤਰ ਦਾ ਜਿਹੜਾ ਫਰਜ਼ ਹੁੰਦਾ ਹੈ ਪਿਤਾ ਦੇ ਅੰਤ ਵੇਲੇ, ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਸਾਰੀਆਂ ਸੰਗਤਾਂ ਵਿਚਾਰ ਕਰ ਰਹੀਆਂ ਹਨ ਕਿ ਘੱਟ ਤੋਂ ਘੱਟ ਧੀਰਮਲ ਜੀ ਨੂੰ ਆਪਣੇ ਪਿਤਾ ਦਾ, ਜਿਹੜਾ ਪਿਤਾ ਦਾ ਵੱਡਾ ਸਪੁੱਤਰ ਹੁੰਦਾ, ਜਿਹੜਾ ਉਹ ਅਖੀਰ ਵੇਲੇ ਜੋ ਕਿਰਿਆ ਨਿਭਾਉਂਦਾ ਹੈ ਉਹਦੇ ਵਿੱਚ ਤਾਂ ਸ਼ਾਮਲ ਹੋਣਾ ਚਾਹੀਦਾ ਸੀਗਾ। ਸਾਰੇ ਇਸ ਤਰ੍ਹਾਂ ਵਿਚਾਰ ਕਰ ਰਹੇ ਹਨ। ਤੇ ਫਿਰ ਇਹ ਸਾਰੇ ਜਿਹੜੇ ਕਾਰਜ ਸਨ, ਸਾਰੀ ਅੰਤਮ ਵੇਲੇ ਦੀ ਜਿਹੜੀ ਕਿਰਿਆ ਹੈ ਉਹ ਬਣਦੀ ਤਾਂ ਬਾਬਾ ਧੀਰਮਲ ਦੀ ਸੀਗੀ, ਪਰ ਸਾਰਾ ਕੁਝ ਛੋਟੇ ਸਪੁੱਤਰ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਰੀ ਇਹ ਸੇਵਾ ਨਿਭਾਈ ਹੈ। ਬੜੀ ਨਿਮਰਤਾ ਦੇ ਨਾਲ, ਬੜੀ ਭਾਵਨਾ ਦੇ ਨਾਲ ਗੁਰੂ ਕੇ ਹੁਕਮ ਦੇ ਵਿੱਚ ਰਹਿੰਦੇ ਹਨ। ਆਪਾਂ ਕਈ ਵਾਰੀ ਬਚਨ ਸਾਂਝਾ ਕੀਤਾ ਹੈ ਕਿ ਪ੍ਰਿਥੀ ਚੰਦ ਯਤਨ ਬੜਾ ਕਰਦਾ ਰਿਹਾ, ਦੌੜ ਭੱਜ ਬੜੀ ਕਰਦਾ ਰਿਹਾ ਬਾਦਸ਼ਾਹ ਤੱਕ ਵੀ, ਪਰ ਸਾਰਾ ਕੁਝ ਕਰਨ ਦੇ ਬਾਵਜੂਦ ਅੰਦਰ ਮੋਹ ਹੈ, ਮਾਇਆ ਹੈ, ਲਾਲਚ ਹੈ, ਈਰਖਾ ਹੈ, ਇਸ ਕਰਕੇ ਕੁਛ ਨਹੀਂ ਪ੍ਰਾਪਤ ਹੋਇਆ, ਖਾਲੀ ਰਹਿ ਗਿਆ। ਇਸੇ ਤਰ੍ਹਾਂ ਧੀਰਮਲ ਦਾ ਜਿਹੜਾ ਸੁਭਾਅ ਹੈ ਇਸੇ ਤਰ੍ਹਾਂ ਪ੍ਰਿਥੀ ਚੰਦ ਵਰਗਾ ਹੈ। ਤੇ ਜਿਸ ਤਰ੍ਹਾਂ ਪ੍ਰਿਥੀ ਚੰਦ ਵੇਲੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਭਾਵੇਂ ਤਿੰਨਾਂ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੇ ਸਨ, ਪਰ ਅੱਤ ਦੀ ਨਿਮਰਤਾ ਧਾਰਨ ਕਰਕੇ ਸੇਵਾ ਕਰਦੇ ਹਨ। ਕਦੇ ਕਿਸੇ ਤਰ੍ਹਾਂ ਦੀ ਕੋਈ ਚਾਲ, ਕੋਈ ਲਾਲਚ, ਕੋਈ ਈਰਖਾ ਮਨ ਦੇ ਵਿੱਚ ਨਹੀਂ ਆਇਆ, ਤੇ ਤਾਂ ਕਰਕੇ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ ਹੈ। ਇਸੇ ਤਰ੍ਹਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਪਿਤਾ ਔਰ ਦਾਦਾ ਜੀ ਦੇ ਹੁਕਮ ਦੇ ਵਿੱਚ ਹਨ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਫਿਰ ਸੇਵਾ, ਜਿਹੜਾ ਵੀ ਕੋਈ ਭਾਵਨਾ ਦੇ ਨਾਲ ਹੁਕਮ ਦੇ ਵਿੱਚ ਰਹਿ ਕੇ ਕਰਦਾ ਹੈ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਧੀਰਮਲ ਯਤਨ ਕਰਦਾ ਰਿਹਾ ਤਾਂ ਵੀ ਖਾਲੀ ਰਹਿ ਗਿਆ, ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨਿਮਰਤਾ ਦੇ ਵਿੱਚ ਸੇਵਾ ਕਰਕੇ ਸਾਰਾ ਕੁਝ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਹੁਣ ਸਾਰੀ ਜਿਹੜੀ ਅੰਤ ਵੇਲੇ ਦੀ ਕਿਰਿਆ ਹੈ ਉਹ ਪਿਤਾ ਜੀ ਦੀ ਬਾਬਾ ਹਰਿਰਾਏ ਸਾਹਿਬ ਜੀ ਨੇ ਛੋਟੇ ਸਪੁੱਤਰ ਨੇ ਨਿਭਾਈ ਹੈ।
ਤੇ ਜਿੱਥੇ ਜਿੱਥੇ ਇਹ ਖਬਰ ਪਹੁੰਚੀ ਹੈ ਦੂਰ ਨੇੜੇ ਕਿ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸਪੁੱਤਰ ਆ, ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਮਾਣ ਸਤਿਕਾਰ ਸੀਗਾ, ਤੇ ਜਿਨ੍ਹਾਂ ਨੇ ਜਿਹੜਾ ਹੁਣ ਯੁੱਧ ਹੋਇਆ ਚੌਥਾ, ਉਹਦੇ ਵਿੱਚ ਸਾਰਾ ਦਿਨ ਡਟ ਕੇ ਜੰਗ ਕੀਤਾ, ਬਹੁਤ ਵੱਡੇ ਯੋਧੇ ਵੀ ਸਨ। ਔਰ ਸੰਗਤਾਂ ਦਾ ਬਹੁਤ ਵੱਡਾ, ਜਿੱਥੇ ਪਾਤਸ਼ਾਹ ਜੀ ਨਾਲ ਤਾਂ ਸਨੇਹ ਹੋਣਾ ਹੀ ਹੈ, ਉੱਥੇ ਬਾਬਾ ਗੁਰਦਿੱਤਾ ਜੀ ਦਾ ਵੀ ਬਹੁਤ ਵੱਡਾ ਸਨਮਾਨ ਹੈ ਸਿੱਖ ਧਰਮ ਦੇ ਅੰਦਰ। ਹੁਣ ਜਿੱਥੇ ਜਿੱਥੇ ਖਬਰ ਪਹੁੰਚੀ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਚੱਲ ਵਸੇ ਹਨ, ਕਹਿਣ ਲੱਗੇ ਸੁਣ ਸੁਣ ਸਭ ਵਿਸਮਾਏ। ਸਾਰੇ ਇਹ ਖਬਰ ਸੁਣ ਕੇ ਹੈਰਾਨ ਰਹਿ ਗਏ ਹਨ। ਤੇ ਸਾਰੇ ਫਿਰ ਸਾਕ ਸੰਬੰਧੀ ਰਿਸ਼ਤੇਦਾਰ ਔਰ ਗੁਰੂ ਘਰ ਦੇ ਜਿਹੜੇ ਮਹਾਨ ਸਿੱਖ ਹੋਏ ਹਨ, ਉਹਨਾਂ ਦੀ ਗਾਂ ਵੰਸ਼, ਉਹਨਾਂ ਦੇ ਜਿਹੜੇ ਪਰਿਵਾਰ ਸਨ, ਸਾਰੇ ਰਲ ਮਿਲ ਕੇ ਇਹ ਸੋਗ ਦੀ ਇਹ ਖਬਰ ਸੁਣ ਕਰਕੇ, ਹੈਰਾਨੀ ਵਾਲੀ ਖਬਰ ਸੁਣ ਕੇ ਕਿ ਅਚਾਨਕ ਕੀ ਭਾਣਾ ਵਾਪਰ ਗਿਆ ਹੈ, ਇਕੱਠੇ ਹੋ ਕਰਕੇ ਵੱਡੀ ਗਿਣਤੀ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਵਾਲੇ ਪਾਸੇ ਆ ਰਹੇ ਹਨ। ਔਰ ਰਮਦਾਸ ਦੀ ਧਰਤੀ ਤੇ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਵਸਦਾ ਹੈ, ਕਹਿਣ ਲੱਗੇ ਕਿ ਉਹ ਵੀ ਬੜੇ ਪਿਆਰ ਦੇ ਨਾਲ ਜਦੋਂ ਇਹ ਖਬਰ ਸੁਣੀ ਹੈ ਤੇ ਕਾਲੀ ਦੇ ਨਾਲ ਬਾਬਾ ਭਾਨਾ ਜੀ ਬਸੇ ਗ੍ਰਾਮ ਰਮਦਾਸ ਕੇ ਬ੍ਰਿਧ ਕੋ ਪੁੱਤਰਨ ਸੁਭਾਗ, ਸੁਭਾਗੇ ਸਪੁੱਤਰ ਵਸਦੇ ਹਨ ਪਰਿਵਾਰ, ਉਹਨਾਂ ਤੱਕ ਵੀ ਇਹ ਖਬਰ ਪਹੁੰਚੀ ਹੈ। ਤੇ ਕਾਲੀ ਦੇ ਨਾਲ ਉਸੇ ਵੇਲੇ ਤਿਆਰੀ ਕੀਤੀ ਹੈ, ਬਹੁਤ ਵੱਡਾ ਸਨੇਹ ਹੈ, ਪਿਆਰ ਹੈ ਪਾਤਸ਼ਾਹ ਜੀ ਦੇ ਨਾਲ, ਤੇ ਪਿਤਾ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਵੱਡਾ ਸਨਮਾਨ ਗੁਰੂ ਘਰ ਦੇ ਵਿੱਚ ਹੈ, ਸਿੱਖ ਧਰਮ ਦੇ ਵਿੱਚ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਪਰਿਵਾਰ ਜਿਉਂ ਹੀ ਖਬਰ ਮਿਲੀ ਹੈ ਉਸੇ ਵੇਲੇ ਗੁਰੂ ਘਰ ਵਾਲੇ ਪਾਸੇ ਚੱਲ ਪਏ ਹਨ। ਔਰ ਚੱਲਦੇ ਹੋਏ ਬਟਾਲੇ ਵਾਲੇ ਪਾਸਿਓਂ ਇੱਧਰ ਦੀ ਲੰਘੇ ਹਨ। ਔਰ ਰਸਤੇ ਦੇ ਵਿੱਚ ਜਿੱਥੇ ਜਿੱਥੇ ਹੋਰ ਸਿੱਖ ਵਸਦੇ ਹਨ ਜਾਂ ਗੁਰੂ ਘਰ ਦੇ ਸਾਕ ਸੰਬੰਧੀ ਵਸਦੇ ਹਨ, ਸਾਰੇ ਇੱਕ ਦੂਜੇ ਨਾਲ ਮੇਲ ਕਰਕੇ ਇਕੱਠੇ ਹੋ ਕਰਕੇ ਆ ਰਹੇ ਹਨ। ਔਰ ਭਾਈ ਰਾਮਾ ਜੀ ਔਰ ਬੇਅੰਤ ਸੰਗਤ ਹੋਰ ਵੀ ਨਾਲ ਚੱਲੀ ਹੈ। ਤੇ ਮਨ ਦੇ ਵਿੱਚ ਜਿੱਥੇ ਜਿੱਥੇ ਖਬਰ ਪਹੁੰਚਦੀ ਬਹੁਤ ਵੱਡਾ ਸੋਗ ਹੈ, ਬਹੁਤ ਮਨ ਦੇ ਵਿੱਚ ਬੈਰਾਗ ਹੈ, ਤੇ ਸਾਰੇ ਇਕੱਤਰ ਹੋ ਕਰਕੇ ਕਰਤ ਸ਼ੋਕ ਸੋਭੀ ਹੋਏ ਤਿਆਰ, ਉਹ ਵੀ ਭਾਵਨਾ ਦੇ ਨਾਲ ਤਿਆਰ ਹੋ ਕਰਕੇ ਚੱਲੇ ਹਨ। ਤੇ ਉਸੇ ਵੇਲੇ ਗਮਨ ਕੀਨ ਪਿਖ ਭਈ ਸਕਾਰ, ਉਸੇ ਵੇਲੇ ਜਿੱਥੇ ਜਿੱਥੇ ਖਬਰ ਪਹੁੰਚੀ ਹੈ, ਜਿੱਥੇ ਜਿੱਥੇ ਸਿੱਖਾਂ ਨੇ ਇੱਕ ਦੂਜੇ ਨੂੰ ਦੱਸਿਆ ਹੈ, ਸਾਰੇ ਇਹ ਖਬਰ ਮਿਲਦਿਆਂ ਸਾਰੀ ਵੱਡੀ ਗਿਣਤੀ ਦੇ ਵਿੱਚ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹਨ। ਤੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਆਸ-ਪਾਸ ਗੁਰੂ ਕੇ ਪਰਿਵਾਰ ਔਰ ਵੱਡੇ ਜਿਹੜੇ ਸਿੱਖ ਹੋਏ ਹਨ, ਉਹਨਾਂ ਦੀ ਵੱਡੀ ਜਿਹੜੀ ਗਿਣਤੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਜਿੱਥੇ ਸੰਗਤਾਂ ਪਹਿਲਾਂ ਕੋਈ ਖਾਸ ਦਿਨ ਦਿਹਾੜਾ ਹੁੰਦਾ ਸੀਗਾ, ਉੱਥੇ ਬੜੇ ਸੁੰਦਰ ਸੁੰਦਰ ਸ਼ਸਤਰ ਤੇ ਬਸਤਰ ਤੇ ਘੋੜੇ ਤੇ ਜਵਾਨੀਆਂ ਭੇਟ ਕਰਨ ਵਾਸਤੇ ਸੰਗਤਾਂ ਬੇਅੰਤ ਤਰ੍ਹਾਂ ਦੇ ਪਦਾਰਥ ਤੇ ਖੁਸ਼ੀਆਂ ਦੇ ਨਾਲ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੇ ਹਨ। ਕਹਿਣ ਲੱਗੇ ਕਵੀ ਜੀ ਲਿਖਦੇ ਹਨ, ਇਸ ਵਾਰੀ ਸੰਗਤ ਆਈ ਹੈ ਜਿੱਥੇ ਬੜਾ ਵੱਡਾ ਪਹਿਲਾਂ ਉਤਸ਼ਾਹ ਹੁੰਦਾ ਹੈ, ਖੁਸ਼ੀਆਂ ਹੁੰਦੀਆਂ ਹਨ ਕਿ ਸਤਿਗੁਰਾਂ ਦੇ ਦੀਦਾਰ ਕਰਨੇ ਹਨ। ਇਸ ਵੇਲੇ ਬਾਬਾ ਗੁਰਦਿੱਤਾ ਜੀ ਦੀ ਖਬਰ ਮਿਲਣ ਦੇ ਕਰਕੇ ਸੰਗਤਾਂ ਆ ਰਹੀਆਂ ਹਨ। ਸਤ ਗੁਰ ਸੋ ਮਿਲ ਗਰੀਬ ਨਿਵਾਏ, ਧੌਣ ਨੀਵੀਂ ਕਰਕੇ ਬੜੇ ਸ਼ਾਂਤ ਹੋ ਕਰਕੇ ਛੇਵੇਂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਹਨ। ਔਰ ਭਾਈ ਰਾਮਾ ਜੀ ਤੇ ਬੇਅੰਤ ਗੁਰੂ ਕੇ ਸਿੱਖ ਸਾਰੇ ਗੁਰੂ ਕੇ ਚਰਨਾਂ ਦੇ ਵਿੱਚ ਬੈਠੇ ਹਨ। ਔਰ ਫਿਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰਯੋਗ ਸਪੁੱਤਰ ਬਾਬਾ ਗੁਰਦਿੱਤਾ ਜੀ, ਜਿਹੜੀਆਂ ਉਹਨਾਂ ਨੇ ਸੇਵਾਵਾਂ ਕੀਤੀਆਂ ਹਨ, ਗੁਰੂ ਕੀ ਆਗਿਆ ਦੇ ਵਿੱਚ ਰਹੇ ਹਨ,
ਔਰ ਇਹ ਨਗਰ ਵਸਾਇਆ ਹੈ, ਜੰਗ ਕੀਤਾ ਹੈ। ਉਹਨਾਂ ਦੇ ਜਿਹੜੇ ਬਚਨ, ਉਹਨਾਂ ਦੇ ਜਿਹੜੇ ਗੁਣ, ਉਹਨਾਂ ਨੂੰ ਸਾਰੀ ਸੰਗਤ ਰਲ ਕੇ ਗਾ ਰਹੀ ਹੈ। ਹਰੀ ਚੰਦ ਭਾਗਨਿਆਰ ਦੁਆਰਾ। ਔਰ ਇਸੇ ਤਰ੍ਹਾਂ ਬਾਬਾ ਹਰੀ ਚੰਦ ਔਰ ਉਹਨਾਂ ਦੀ ਭਾਗਣ ਦੁਆਰਾ, ਉਹਨਾਂ ਦੀ ਪਤਨੀ ਔਰ ਸਾਰੇ ਆਪਣੀਆਂ ਪਤਨੀਆਂ ਦੇ ਸਮੇਤ, ਪਰਿਵਾਰਾਂ ਦੇ ਸਮੇਤ ਸਿੱਖ ਔਰ ਰਿਸ਼ਤੇਦਾਰ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੇ ਹਨ। ਇਹ ਸਭ ਗਏ ਪਰਲੋਕ ਮੁਝਾਰਾ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿੱਥੇ ਰਿਸ਼ਤੇਦਾਰ ਅਨੇਕਾਂ ਪਹੁੰਚੇ ਹਨ, ਕੁਝ ਗੁਰੂ ਕੇ ਪਰਿਵਾਰ ਜਿਨ੍ਹਾਂ ਦਾ ਬਹੁਤ ਵੱਡਾ ਗੁਰੂ ਘਰ ਦੇ ਵਿੱਚ ਸਨਮਾਨ ਹੈ, ਕੁਝ ਕੁ ਸਮਾਂ ਪਹਿਲਾਂ ਉਹ ਸੰਸਾਰ ਤੋਂ ਜਾ ਚੁੱਕੇ ਹਨ। ਸਹਿਜਾਦੇ ਭੱਲੇ ਤੇ ਹਨ। ਔਰ ਅੱਗੇ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ, ਤਿੰਨਾਂ ਦੇ ਅੱਗੋਂ ਪਰਿਵਾਰ ਦੇ ਵਿੱਚੋਂ, ਭੱਲਿਆਂ ਦੇ ਵਿੱਚੋਂ ਸਹਿਜਾਦੇ ਭੱਲੇ 63। ਔਰ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ, ਉਹਨਾਂ ਦਾ ਪਰਿਵਾਰ 63 ਦਾ ਜਿਹੜਾ ਪਰਿਵਾਰ ਹੈ, ਭੱਲਿਆਂ ਦੇ ਵਿੱਚੋਂ ਔਰ 63 ਦੇ ਵਿੱਚੋਂ ਜਿਹੜਾ ਪਰਿਵਾਰ ਹੈ, ਉਹਨਾਂ ਦੇ ਸਪੁੱਤਰ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਔਰ ਆਪਣੇ ਪਰਿਵਾਰਾਂ ਦੇ ਨਾਲ ਸਤ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ ਹਨ। ਤੇ 63 ਤੇ ਭੱਲੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਤੇ ਇੱਧਰੋਂ ਉੱਧਰੋਂ ਰਿਸ਼ਤੇਦਾਰ ਇਕੱਠੇ ਹੋ ਕਰਕੇ ਇਹ ਚੱਲ ਕੇ ਇੱਥੇ ਪਹੁੰਚੇ ਹਨ। ਹੌਲੀ ਹੌਲੀ ਨਗਰਾਂ ਨੂੰ ਪਾਰ ਕਰਦੇ ਹੋਏ, ਮੰਜ਼ਲਾਂ ਨੂੰ ਤੈਅ ਕਰਦੇ ਹੋਏ ਦੂਰ ਕੀਰਤਪੁਰ ਸਾਹਿਬ ਜੀ ਧਰਤੀ ਤੇ ਆਏ ਹਨ। ਔਰ ਹੁਣ ਪੂਰਬ ਪਹੁੰਚੇ ਪੁਰ ਕਰਤਾਰਾ। ਸਾਰੀ ਸੰਗਤ ਵੱਡੀ ਗਿਣਤੀ ਦੇ ਜਿਉਂ-ਜਿਉਂ ਖਬਰ ਮਿਲ ਰਹੀ ਹੈ, ਕੀਰਤਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਸੰਗਤਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋ ਰਹੀਆਂ ਹਨ। ਔਰ ਰਾਤ ਦਾ ਵੇਲਾ ਹੋਇਆ ਤੇ 63 ਔਰ ਭੱਲਿਆਂ ਦਾ ਇਹ ਪਰਿਵਾਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚ ਰਿਹਾ ਹੈ। ਇਹਨਾਂ ਨੇ ਇੱਕ ਰਾਤ ਰਸਤੇ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਬਤੀਤ ਕੀਤੀ ਹੈ। ਔਰ ਹੁਣ ਇੱਥੇ ਦੇਖ ਕੇ ਹੈਰਾਨ ਵੀ ਹੋਏ ਹਨ ਕਿ ਜਿੱਥੇ ਬਾਬਾ ਗੁਰਦਿੱਤਾ ਜੀ ਦੇ ਇਸ ਸਮੇਂ ਦੇ ਅੰਦਰ ਅਕਾਲ ਚਲਾਣੇ ਤੇ ਸਾਰੀਆਂ ਸੰਗਤਾਂ ਪਹੁੰਚ ਰਹੀਆਂ ਹਨ, ਪਰ ਉਹਨਾਂ ਦਾ ਵੱਡਾ ਸਪੁੱਤਰ ਬਾਬਾ ਧੀਰਮਲ ਤਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੈ। ਇਹ ਤਾਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਨਹੀਂ ਆਪਣੇ ਪਿਤਾ ਦੇ ਅੰਤ ਵੇਲੇ। ਸੰਗਤਾਂ ਔਰ ਗੁਰੂ ਕੇ ਜਿਹੜੇ ਬਾਕੀ ਪਰਿਵਾਰ ਸਨ, ਧੀਰਮਲ ਸੋ ਮੇਲਾ ਭਇਓ, ਸਾਰੇ ਬਾਬਾ ਧੀਰਮਲ ਕਰਤਾਰਪੁਰ ਸਾਹਿਬ ਰਾਤ ਬਤੀਤ ਕੀਤੀ, ਅੱਗੇ ਚੱਲੇ, ਪਰ ਧੀਰਮਲ ਨੂੰ ਦੇਖ ਕੇ ਬੜੇ ਹੈਰਾਨ ਵੀ ਹੋਏ ਹਨ। ਔਰ ਬਾਬਾ ਫਿਰ ਧੀਰਮਲ ਬੜੀ ਲਾਲਚੀ ਬਿਰਤੀ ਦੇ ਨਾਲ ਤੇ ਆਪਣਾ ਪੱਖ ਗੁਰੂ ਕੇ ਪਰਿਵਾਰਾਂ ਨੂੰ ਦੱਸ ਕੇ ਆਪਣੇ ਨਾਲ ਜੋੜਨ ਦਾ ਯਤਨ ਕਰਦਾ ਹੈ ਕਿ ਭਾਈ ਸਤਿਗੁਰਾਂ ਨੇ ਤਾਂ ਇਹ ਜਿਹੜਾ ਰਸਤਾ ਹੈ ਉਹ ਗਲਤ ਧਾਰਨ ਕਰ ਲਿਆ ਹੈ। ਜੰਗ ਯੁੱਧ ਜਿਹੜੇ ਹਨ ਉਹ ਨਹੀਂ ਸੀ ਕਰਨੇ ਚਾਹੀਦੇ। ਮੈਂ ਬਾਦਸ਼ਾਹ ਦੇ ਨਾਲ ਸੁਲ੍ਹਾ ਕੀਤੀ ਹੈ, ਸੁਲ੍ਹਾ ਕਰਵਾਈ ਹੈ, ਮੇਰੇ ਕਰਕੇ ਸ਼ਾਂਤੀ ਬਣੀ ਹੈ। ਔਰ ਮੈਂ ਚਾਹੁੰਦਾ ਹਾਂ ਕਿ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਸ਼ਾਂਤੀ ਦੇ ਨਾਲ ਹੀ ਹੋ ਸਕਦਾ ਹੈ। ਮੇਰੀ ਇਸ ਕਰਕੇ ਗੁਰੂ ਘਰ ਦੇ ਨਾਲ ਬਣਦੀ ਨਹੀਂ ਹੈ, ਪਿਤਾ ਜੀ ਦੇ ਨਾਲ, ਦਾਦਾ ਜੀ ਦੇ ਨਾਲ ਇਸ ਕਰਕੇ ਨਹੀਂ ਬਣਦੀ। ਮੈਂ ਤਾਂ ਨਹੀਂ ਇਸ ਕਰਕੇ ਉੱਥੇ ਪਹੁੰਚਿਆ। ਕਈ ਤਰ੍ਹਾਂ ਦੀਆਂ ਵਿਚਾਰਾਂ ਕਰ ਕਰਕੇ ਗੁਰੂ ਦਾ ਜਿਹੜਾ ਪਰਿਵਾਰ ਹੈ, ਭੱਲਿਆਂ ਦੇ ਵਿੱਚੋਂ, 63 ਦੇ ਵਿੱਚੋਂ ਜਿਹੜਾ ਰਾਤ ਠਹਿਰਿਆ ਧੀਰਮਲ ਦੇ ਕੋਲ, ਔਰ ਇਹ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸ਼ਾਇਦ ਇਹ ਗੁਰੂ ਪਰਿਵਾਰ ਮੇਰਾ ਸਾਥ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੱਚਾ ਹੋ ਜਾਵਾਂ ਤੇ ਗੁਰਤਾ ਗੱਦੀ ਮੈਨੂੰ ਮਿਲ ਜਾਏ। ਇਸ ਕਰਕੇ ਧੀਰਮਲ ਬੜਾ ਸਮਝਾਉਂਦਾ ਇਹਨਾਂ ਨੂੰ ਯਤਨ ਕਰਦਾ ਹੈ ਕਿ ਭਾਈ ਬਾਦਸ਼ਾਹ ਦੇ ਨਾਲ ਜੇ ਹੁਣ ਸ਼ਾਂਤੀ ਵਾਲਾ ਸਮਾਂ ਬਣਿਆ ਹੈ ਨਾ, ਉਹ ਮੇਰੇ ਕਰਕੇ ਬਣਿਆ ਹੈ। ਮੈਂ ਬਹੁਤ ਵੱਡੇ ਯਤਨ ਕੀਤੇ ਹਨ। ਆਪਣ ਪ੍ਰਸੰਗ ਸਗਲ ਕਹਿ ਦਿਓ, ਸਾਰਾ ਆਪਣਾ ਪ੍ਰਸੰਗ, ਆਪਣਾ ਜਿਹੜਾ ਪੱਖ ਹੈ ਆਪ ਸੱਚਾ ਹੋਣ ਵਾਸਤੇ ਗੁਰੂ ਕੇ ਪਰਿਵਾਰਾਂ ਨੂੰ, ਸੰਗਤਾਂ ਨੂੰ ਕਹਿ ਰਿਹਾ ਹੈ। ਤੇ ਕੁਝ ਜਾਣਿਆਂ ਨੂੰ ਆਪਣੇ ਪਿੱਛੇ ਲਾਉਣ ਦੇ ਵਿੱਚ ਧੀਰਮਲ ਕਈ ਵਾਰੀ ਕਾਮਯਾਬ ਵੀ ਹੋਇਆ ਹੈ। ਔਰ ਇਸ ਕਰਕੇ ਭਾਈ ਮੈਂ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ
ਪਿਤਾ ਜੀ ਦੇ ਅੰਤ ਵੇਲੇ ਨਹੀਂ ਗਿਆ ਹਾਂ। ਸਾਹ ਸੰਗ ਮਿਲ ਰਹੇ ਕੁਰਬਾਹੀ। ਤੇ ਸਾਹੋ ਸੰਗ ਮਿਲ ਰਾਹੋ ਪੁਰਮਾਹੀ। ਕਹਿਣ ਲੱਗਾ ਮੈਂ ਸ਼ਾਹ ਦੇ ਨਾਲ, ਕਹਿਣ ਤੋਂ ਭਾਵ ਬਾਦਸ਼ਾਹ ਦੇ ਨਾਲ ਸੁਲ੍ਹਾ ਕੀਤੀ ਹੈ, ਉਹਦੇ ਨਾਲ ਮੇਰੀ ਹੁਣ ਮਿੱਤਰਤਾ ਹੀ ਹੋ ਗਈ ਹੈ, ਉਹਦੇ ਨਾਲ ਮੈਂ ਕਹਿ ਕਰਕੇ ਚਿੱਠੀ ਲਿਖ ਕਰਕੇ ਸਮਝੌਤਾ ਕੀਤਾ ਹੈ। ਹੁਣ ਇਸ ਕਰਕੇ ਮੇਰਾ ਇਸ ਨਗਰ ਦੇ ਵਿੱਚ ਹੀ ਰਹਿਣਾ ਠੀਕ ਹੈ, ਨਹੀਂ ਤੇ ਬਾਦਸ਼ਾਹ ਮੇਰੇ ਨਾਲ ਗੁੱਸਾ ਕਰੇਗਾ। ਮਿਲੇ ਸੰਗ ਸੁਨੇ ਬਿਗੜੇ ਤਤਕਾਲਾ। ਤੇ ਜੇ ਮੈਂ ਉੱਥੇ ਚਲਿਆ ਜਾਂਦਾ ਹਾਂ, ਬਾਦਸ਼ਾਹ ਨੂੰ ਪਤਾ ਲੱਗ ਜਾਂਦਾ ਹੈ, ਬਹੁਤ ਵੱਡਾ ਫਿਰ ਵਿਗਾੜ ਪੈਦਾ ਹੋਏਗਾ। ਹੋ ਸਕਦਾ ਜੰਗ ਯੁੱਧ ਫਿਰ ਸ਼ੁਰੂ ਹੋ ਜਾਣ, ਇਸ ਤਰ੍ਹਾਂ ਦੀ ਕੋਈ ਮੁਸੀਬਤ ਆ ਜਾਏ। ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਧੀਰ ਮੱਲ ਸੰਗਤਾਂ ਨੂੰ ਸੁਣਾ ਰਿਹਾ ਹੈ। ਔਰ ਇਸ ਤਰ੍ਹਾਂ ਦੀ ਖੋਟ ਮਨ ਦੇ ਵਿੱਚ ਧੀਰ ਮੱਲ ਨੇ ਲਾਲਚ ਮਾਇਆ ਦਾ ਮੋਹ ਧਾਰਨ ਕੀਤਾ ਹੋਇਆ ਹੈ। ਇਸ ਤਰ੍ਹਾਂ ਦੀ ਖੋਟੀ ਮੱਤ ਨਾਲ ਗੱਲਾਂ ਕਰ ਕਰਕੇ ਸੰਗਤਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਔਰ ਜਿੱਥੇ ਜਿੱਥੇ ਵਿਚਾਰ ਕਰਦਾ ਹੈ ਕਿ ਬਹੁਤ ਗੁਰੂ ਘਰ ਦੇ ਨਾਲ ਇਸ ਤਰ੍ਹਾਂ ਬਖੇੜਾ ਜਾਂ ਝਗੜਾ ਹੋਇਆ ਹੈ, ਤੇ ਹੁਣ ਕਹਿਣ ਲੱਗਾ ਕਿ ਮੈਂ ਵਿੱਚ ਪੈ ਕਰਕੇ ਸੋਹਣੇ ਢੰਗ ਦੇ ਨਾਲ ਇਹ ਸਾਰਾ ਕੁਝ ਸਹੀ ਕੀਤਾ ਹੈ, ਮੇਰੇ ਕਰਕੇ ਇਹ ਸ਼ਾਂਤੀ ਹੋਈ ਹੈ। ਧੀਰ ਮੱਲ ਇਸ ਤਰ੍ਹਾਂ ਦੀਆਂ ਸੰਗਤਾਂ ਦੇ ਨਾਲ ਬਚਨ ਵਿਲਾਸ ਕਰਦਾ ਹੈ। ਤੇ ਨਾਲ ਫਿਰ ਤ੍ਰਿਹਣਾ ਨੂੰ ਤੇ ਭੱਲਿਆਂ ਨੂੰ, ਕਹਿਣ ਤੋਂ ਭਾਵ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਜਿਹੜੀ ਸੰਗਤ ਆਈ ਹੈ, ਪਰਿਵਾਰ ਆਇਆ ਹੈ, ਔਰ ਗੁਰੂ ਅੰਗਦ ਸਾਹਿਬ ਜੀ ਦੀ ਪਰਿਵਾਰ ਦੇ ਵਿੱਚੋਂ ਜਿਹੜੇ ਕੋਈ ਚੱਲ ਕੇ ਇੱਥੇ ਆਏ ਹਨ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ, ਉਹਨਾਂ ਨੂੰ ਧੀਰ ਮੱਲ ਨੇ ਸਾਰੀ ਰਾਤ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਕਰਕੇ ਆਪਣੇ ਪਿੱਛੇ ਲਾਉਣ ਦਾ ਯਤਨ ਕੀਤਾ ਹੈ। ਔਰ ਬਾਅਦ ਵਿੱਚ ਇਹ ਵੀ ਗੱਲ ਕਹੀ ਹੈ, ਉਚਤ ਨਾ ਤੁਮ ਕੋ ਭੀਤਾ ਹੈ ਜਾਨਾ। ਮੈਨੂੰ ਤਾਂ ਇੰਜ ਲੱਗਦਾ ਹੈ ਕਿ ਭਾਈ ਤੁਸੀਂ ਵੀ ਗੁਰੂ ਕੇ ਪਰਿਵਾਰ ਦੇ ਵਿੱਚੋਂ ਹੀ ਹੋ, ਤੇ ਤੁਹਾਨੂੰ ਵੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਜਾਣਾ ਚੰਗਾ ਨਹੀਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਠੀਕ ਨਹੀਂ ਹੋਏਗਾ। ਜੇ ਤੁਸੀਂ ਸੁੱਖ ਸ਼ਾਂਤੀ ਦੇ ਨਾਲ ਵਸਣਾ ਹੈ ਤੇ ਤੁਸੀਂ ਵੀ ਆਪਣੇ ਨਗਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਮੇਰੇ ਤਰ੍ਹਾਂ ਬੈਠੋ, ਜਿਸ ਤਰ੍ਹਾਂ ਮੈਂ ਸੰਬੰਧ ਤੋੜ ਲਿਆ ਹੈ ਨਾ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਮੌਜ ਦੇ ਵਿੱਚ ਆਨੰਦ ਦੇ ਵਿੱਚ ਰਹੋ। ਮੈਂ ਤਾਂ ਇਹ ਗੱਲ ਕਹਿੰਦਾ ਹਾਂ, ਤੁਹਾਨੂੰ ਵੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਨਹੀਂ ਜਾਣਾ ਚਾਹੀਦਾ ਹੈ। ਤੇ ਜੇ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਬਹੁਤ ਵੱਡਾ ਗੁੱਸਾ ਕਰੇਗਾ ਤੇ ਨਗਰ ਉਜਾੜ ਦੇਗਾ। ਔਰ ਇਸ ਕਰਕੇ ਚੰਗੀ ਗੱਲ ਹੈ ਕਿ ਵੱਡੀ ਮੁਸ਼ਕਲ ਸਹੇੜਨ ਤੋਂ ਚੰਗਾ ਹੈ ਕਿ ਆਪਣੇ ਘਰ ਦੇ ਵਿੱਚ ਹੀ ਟਿਕ ਕੇ ਰਹੀਏ। ਤੁਸੀਂ ਵੀ ਆਪਣੇ ਘਰ ਦੇ ਵਿੱਚ ਹੀ ਟਿਕ ਕੇ ਰਹੋ ਜੀ। ਔਰ ਅਸਲ ਦੇ ਵਿੱਚ ਜਿਹੜਾ ਬਾਦਸ਼ਾਹ ਹੁੰਦਾ ਹੈ ਉਹਦੀ ਹੀ ਮਾਲਕੀਅਤ ਹੈ ਸਾਰਾ ਇਹ ਦੇਸ਼। ਆ ਜਿਹੜਾ ਸਮਾਜ ਹੈ ਨਾ, ਇਹ ਅਸਲ ਦੇ ਵਿੱਚ ਬਾਦਸ਼ਾਹ ਦੇ ਹੁਕਮ ਦੇ ਵਿੱਚ ਹੀ ਚੱਲਣਾ ਚਾਹੀਦਾ ਹੈ। ਕਹਿਣ ਤੋਂ ਭਾਵ ਧੀਰ ਮੱਲ ਆਪਣੇ ਆਪ ਨੂੰ ਸੱਚਾ ਔਰ ਸਤਿਗੁਰਾਂ ਨੂੰ ਝੂਠਾ ਸਾਬਤ ਕਰਨ ਦਾ ਯਤਨ ਕਰ ਰਿਹਾ ਹੈ ਕਿ ਇਹ ਜਿਹੜੇ ਜੰਗ ਕੀਤੇ ਗਏ ਇਹ ਠੀਕ ਨਹੀਂ ਹੋਏ, ਬਾਦਸ਼ਾਹ ਦੀ ਵਿਰੋਧਤਾ ਨਹੀਂ ਸੀ ਕਰਨੀ ਚਾਹੀਦੀ। ਸ਼ਾਂਤ ਹੋ ਕਰਕੇ ਜਿਸ ਤਰ੍ਹਾਂ ਬਾਕੀ ਦੇਸ਼ ਰਹਿੰਦਾ ਹੈ, ਬਾਦਸ਼ਾਹ ਦੇ ਅਧੀਨ, ਤੇ ਸਤਿਗੁਰਾਂ ਨੂੰ ਵੀ ਔਰ ਪਿਤਾ ਜੀ ਨੂੰ ਵੀ ਜੰਗ ਦੇ ਮੈਦਾਨ ਵਿੱਚ ਲੜਨਾ ਨਹੀਂ ਸੀ ਚਾਹੀਦਾ, ਸ਼ਾਂਤ ਰਹਿਣਾ ਚਾਹੀਦਾ ਸੀ। ਜਿਸ ਤਰ੍ਹਾਂ ਮੈਂ ਜੰਗ ਦੇ ਵਿੱਚ ਸਾਥ ਨਹੀਂ ਦਿੱਤਾ ਔਰ ਵੱਖਰਾ ਰਿਹਾ ਹਾਂ, ਇਸੇ ਤਰ੍ਹਾਂ ਰਹਿਣਾ ਚਾਹੀਦਾ ਸੀਗਾ। ਹੁਣ ਇਹ ਗੱਲ ਸਾਰੀ ਧੀਰ ਮੱਲ ਗੁਰੂ ਕੇ ਪਰਿਵਾਰਾਂ ਨੂੰ ਸਮਝਾ ਰਿਹਾ ਹੈ। ਔਰ ਇਸੇ ਤਰ੍ਹਾਂ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਉਹਨਾਂ ਨੇ ਧੀਰ ਮੱਲ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਇਹ ਗੱਲ ਕਹੀ ਹੈ। ਕਹਿਣ ਲੱਗੇ ਕਿ ਨਹੀਂ ਧੀਰ ਮੱਲ, ਇਹ ਜਿਹੜੀ ਤੂੰ ਗੱਲ ਕਰ ਰਿਹਾ ਇਹ ਠੀਕ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਬੇਨਤੀ ਕੀਤੀ ਹੈ। ਕਹਿਣ ਲੱਗੇ ਨਹੀਂ ਧੀਰ ਮੱਲ, ਹਮ ਤੋਂ ਸੁਣਿਓ ਸਾਹੂ ਹਟ ਗਇਓ। ਅਸੀਂ ਤਾਂ ਇੰਜ ਸੁਣਿਆ ਹੈ ਕਿ ਬਾਦਸ਼ਾਹ ਨੇ ਆਪਣਾ ਸਾਰਾ ਜ਼ੋਰ ਲਾ ਲਿਆ, ਗੁਰੂ ਘਰ ਦੇ ਨਾਲ ਮੱਥਾ ਲਾਇਆ, 4 ਜੰਗ ਕੀਤੇ,
ਉਹ ਸੌਖੇ ਢੰਗ ਦੇ ਨਾਲ ਪਿੱਛੇ ਹੋ ਕੇ ਬੈਠ ਨਹੀਂ ਗਿਆ। 4 ਜੰਗਾਂ ਦੇ ਵਿੱਚ ਬਹੁਤ ਵੱਡਾ ਲੱਖਾਂ ਸੈਨਾ ਦਾ ਨੁਕਸਾਨ ਕਰਾ ਕੇ ਤੇ ਆਖਰਕਾਰ ਹਾਰ ਕੇ ਪਿੱਛੇ ਹਟਿਆ ਹੈ। ਕੋਈ ਤੇਰੀ ਚਿੱਠੀ ਲਿਖਣ ਦੇ ਨਾਲ ਸੁਲ੍ਹਾ ਕਰਨ ਦੇ ਨਾਲੋਂ ਪਿੱਛੇ ਨਹੀਂ ਹਟਿਆ। ਉਹ ਤਾਂ ਆਪਣਾ ਪੂਰਾ ਜ਼ੋਰ ਲਾ ਕੇ ਹਟਿਆ ਹੈ। ਆਖਰਕਾਰ ਉਹਨੂੰ ਸਮਝਾਇਆ ਗਿਆ ਹੈ ਕਿ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾਉਣਾ ਹੈ ਬਾਦਸ਼ਾਹ ਠੀਕ ਨਹੀਂ ਹੈ, ਤੇਰੀ ਬਾਦਸ਼ਾਹੀ ਉਜੜ ਜਾਏਗੀ। ਹੁਣ ਇਸ ਕਰਕੇ ਬਾਦਸ਼ਾਹ ਪਿੱਛੇ ਹਟਿਆ ਹੈ। ਬਾਬਾ ਸੁੰਦਰ ਜੀ ਤੇ ਬਾਬਾ ਪਰਮਾਨੰਦ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹਨ ਕਿ ਨਹੀਂ ਧੀਰਮਲ, ਇਹ ਗੱਲ ਤੂੰ ਠੀਕ ਨਹੀਂ ਕਹਿੰਦਾ ਹੈ। ਸ੍ਰੀ ਨਾਨਕ ਕੀ ਗੱਲ ਦੀ ਜਾਨੀ। ਔਰ ਬਾਦਸ਼ਾਹ ਨੇ ਤਾਂ ਜ਼ਾਹਰ ਪੀਰ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਆਖਰਕਾਰ ਓਟ ਲਈ ਹੈ ਤੇ ਗੁਰਤਾ ਗੱਦੀ ਦਾ ਬਹੁਤ ਵੱਡਾ ਸਤਿਕਾਰ ਕੀਤਾ ਹੈ। ਬਾਰ ਬਾਰ ਤਬ ਬੰਧਨ ਠਾਨੀ। ਔਰ ਅਸੀਂ ਤਾਂ ਇੱਥੋਂ ਤੱਕ ਵੀ ਸੁਣਿਆ ਹੈ ਕਿ ਬਾਦਸ਼ਾਹ ਚੌਥਾ ਜੰਗ ਹਾਰਨ ਤੋਂ ਬਾਅਦ ਜਿਸ ਤਰ੍ਹਾਂ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਲੱਖਾਂ ਦੀ ਗਿਣਤੀ ਦੇ ਵਿੱਚ ਸੈਨਾ ਭੇਜ ਕੇ ਜਦੋਂ ਬਾਦਸ਼ਾਹ ਦੀ ਕੋਈ ਵਾਹ ਪੇਸ਼ ਨਹੀਂ ਗਈ, ਆਪਣੇ 94 ਜਰਨੈਲ ਵੀ ਮਰਾ ਲਏ 4 ਜੰਗਾਂ ਦੇ ਵਿੱਚ। ਆਪਣੇ ਚੋਟੀ ਦੇ ਜਰਨੈਲ ਬਹਾਦਰ ਜੋਧੇ ਮਰਵਾ ਲਏ ਜੰਗ ਦੇ ਵਿੱਚ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਬਾਰ-ਬਾਰ ਨਮਸਕਾਰ ਕਰਕੇ ਇਹ ਪ੍ਰਣ ਕਰ ਲਿਆ ਸੀਗਾ ਕਿ ਮੈਂ ਰਹਿੰਦੀ ਜ਼ਿੰਦਗੀ ਦੇ ਵਿੱਚ ਕਦੇ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਨਹੀਂ ਲਾਵਾਂਗਾ। ਆਪਣੇ ਅਹਿਲਕਾਰਾਂ, ਆਪਣੇ ਸਲਾਹਕਾਰਾਂ ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਬਾਦਸ਼ਾਹ ਨੇ ਪੱਕਾ ਹੀ ਪ੍ਰਣ ਕਰ ਲਿਆ ਹੈ। ਕਹਿਣ ਲੱਗੇ, ਹੇ ਧੀਰਮਲ, ਤੇਰੀਆਂ ਗੱਲਾਂ ਦੇ ਵਿੱਚ ਅਸੀਂ ਨਹੀਂ ਆਵਾਂਗੇ, ਤੂੰ ਇਹ ਗੱਲ ਠੀਕ ਨਹੀਂ ਕਹਿੰਦਾ। ਬਾਦਸ਼ਾਹ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ ਨੂੰ ਜਾਣਦਿਆਂ ਹੋਇਆਂ ਉਹ ਪਿੱਛੇ ਹਟਿਆ ਹੈ। ਬਾਦਸ਼ਾਹ ਸ਼੍ਰੀ ਨਾਨਕ ਕੀ ਗਾਦੀ ਜਾਨੀ, ਉਹਨੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਜਾਣੀ ਹੈ, ਤਾਂ ਬਾਦਸ਼ਾਹ ਪਿੱਛੇ ਹਟਿਆ ਹੈ। ਔਰ ਹੁਣ ਕਹਿਓ ਬਿਦਤ ਅਬ ਤੇ ਗੁਰ ਸੰਗ। ਹੁਣ ਬਾਦਸ਼ਾਹ ਵੀ ਗੁਰੂ ਕਾ ਸਤਿਕਾਰ ਕਰਦਾ ਹੈ ਤੇ ਬਹੁਤ ਵੱਡੀ ਸਤਿਗੁਰਾਂ ਦੀ ਸ਼ਕਤੀ ਤੋਂ ਜਾਣੂ ਹੋਇਆ ਹੈ। ਔਰ ਹੁਣ ਬਾਦਸ਼ਾਹ ਕਦੇ ਜੰਗ ਨਹੀਂ ਕਰੇਗਾ ਔਰ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਕੋਈ ਵਿਗਾੜ ਪੈਦਾ ਹੋਏਗਾ। ਕਹਿਣ ਲੱਗੇ, ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਜ਼ਮਤ ਹੈ, ਜਿਹਦੇ ਕਰਕੇ ਬਾਦਸ਼ਾਹ ਨੇ ਐਸਾ ਪ੍ਰਣ ਕੀਤਾ ਹੈ। ਹੁਣ ਧੀਰਮਲ ਉਹਨਾਂ ਦੀਆਂ ਗੱਲਾਂ ਸੁਣ ਕਰਕੇ ਅੱਗੋਂ ਫਿਰ ਕਹਿੰਦਾ ਹੈ, ਮੈਂ ਲਿਖ ਕਰਤੇ ਪੱਤਰ ਪਠਾਇਓ। ਨਹੀਂ, ਮੈਂ ਚਿੱਠੀ ਲਿਖ ਕਰਕੇ ਬਾਦਸ਼ਾਹ ਵਾਲੇ ਪਾਸੇ ਭੇਜੀ ਸੀਗੀ, ਸੰਧ ਕਰਨ ਕੋ ਆਸੀ ਜਿਸ ਮੈਂ। ਔਰ ਜਿਹਦੇ ਵਿੱਚ ਮੇਰੇ ਕਹਿਣ ਤੇ ਬਾਦਸ਼ਾਹ ਨੇ ਸੰਧੀ ਕੀਤੀ ਹੈ, ਸੁਲ੍ਹਾ ਕੀਤੀ ਹੈ, ਬਾਦਸ਼ਾਹ ਸ਼ਾਂਤ ਹੋਇਆ ਹੈ। ਇਹ ਤਾਂ ਮੈਂ ਕਿਹਾ ਸੀਗਾ। ਧੀਰਮਲ ਕਹਿ ਰਿਹਾ ਹੈ ਵਾਰ-ਵਾਰ, ਕਹਿਣ ਲੱਗਾ, ਜੇ ਬਾਦਸ਼ਾਹ ਪਿੱਛੇ ਹਟਿਆ ਹੈ ਨਾ, ਉਹ ਮੇਰੀ ਚਿੱਠੀ ਦੇ ਕਰਕੇ ਪਿੱਛੇ ਹਟਿਆ ਹੈ, ਔਰ ਮੇਰੀ ਚਿੱਠੀ ਦੇ ਕਰਕੇ ਹੀ ਬਾਦਸ਼ਾਹ ਖੁਸ਼ ਹੋ ਗਿਆ। ਸੁਣ ਹਜ਼ਰਤ ਹਰਖਿਓ ਔਰ ਰਿਸ ਮਹਿ। ਕਹਿਣ ਲੱਗੇ ਕਿ ਬਾਦਸ਼ਾਹ ਮੇਰੀ ਚਿੱਠੀ ਦੇ ਕਰਕੇ ਕਿ ਮੈਂ ਉਹਦੇ ਵਿੱਚ ਸੁਲ੍ਹਾ ਤੇ ਨਿਮਰਤਾ ਤੇ ਅੱਗੇ ਤੋਂ ਜੰਗ ਯੁੱਧ ਨਾ ਕਰਨ ਵਾਸਤੇ ਮੈਂ ਕਿਹਾ ਸੀਗਾ, ਤਾਂ ਕਰਕੇ ਬਾਦਸ਼ਾਹ ਹੁਣ ਪਿੱਛੇ ਹਟ ਗਿਆ ਹੈ। ਤੇ ਜਿਹੜਾ ਵੀ ਕਹਿਣ ਲੱਗਾ, ਤਉ ਲੋਕ ਜੇ ਰਹਿ ਨਰੇਸ਼। ਪਰ ਫਿਰ ਵੀ ਜਿਹੜੇ ਬਾਦਸ਼ਾਹ ਲੋਕ ਹੁੰਦੇ ਹਨ, ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਔਰ ਇਹਨਾਂ ਦਾ ਪਤਾ ਨਹੀਂ ਕਦੋਂ ਸੁਭਾਅ ਬਦਲ ਜਾਵੇ। ਜਰਾ ਕੋ ਕੋਈ ਕੁਤਾਈ ਕਰੇਗਾ, ਉਸੇ ਵੇਲੇ ਬਾਦਸ਼ਾਹ ਨੇ ਤਾਂ ਇੱਕ ਹੁਕਮ ਹੀ ਕਰਨਾ ਹੈ ਨਾ, ਬਹੁਤ ਵੱਡੀ ਸੈਨਾ ਚੜ੍ਹ ਕੇ ਆ ਜਾਏਗੀ, ਜੰਗ ਯੁੱਧ ਹੋ ਜਾਏਗਾ। ਇਸ ਕਰਕੇ ਬਾਦਸ਼ਾਹ ਦੇ ਸੁਭਾਅ ਦਾ ਕੋਈ ਪਤਾ ਨਹੀਂ ਹੁੰਦਾ। ਕਹਿਣ ਲੱਗਾ, ਰਹੀ ਹੈ ਇਨ ਤੇ ਡਰਤ ਹਮੇਸ਼ਾ। ਗੁਰੂ ਕੇ ਸਿੱਖਾਂ ਨੂੰ ਵੀ ਇਹ ਗੱਲ ਕਹਿ ਰਿਹਾ ਹੈ ਕਿ ਬਾਦਸ਼ਾਹ ਤੋਂ ਤਾਂ ਹਮੇਸ਼ਾ ਹੀ ਧੀਰਮਲ ਆਪ ਵੀ ਡਰ ਗਿਆ ਹੈ ਤੇ ਡਰਦਾ ਹੋਇਆ ਸਤਿਗੁਰਾਂ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਸਹਾਇਤਾ ਕਰਨ ਦੀ ਬਜਾਏ ਡਰਪੋਕ ਆਪ ਬਾਦਸ਼ਾਹ ਦੀ ਅਧੀਨਗੀ ਕਬੂਲ ਕਰ ਗਿਆ ਹੈ ਔਰ ਸੰਗਤਾਂ ਨੂੰ ਵੀ ਇਸ ਗੱਲ ਦੇ ਕਰਕੇ ਆਪਣੇ ਪਿੱਛੇ ਲਾਉਣ ਦਾ ਯਤਨ ਕਰਦਾ ਹੈ। ਤੇ ਕਹਿਣ ਲੱਗਾ ਕਿ ਭਾਈ, ਬਾਦਸ਼ਾਹ ਦੀ ਤਾਂ ਅਧੀਨਗੀ ਹੀ ਹਮੇਸ਼ਾ ਕਰਨੀ ਚਾਹੀਦੀ ਹੈ। ਤੇ ਕਈ ਵਾਰੀ ਬਾਦਸ਼ਾਹ ਦਾ ਮਨ ਦਿਮਾਗ ਘੁੰਮ ਜਾਂਦਾ ਹੈ, ਗੁੱਸਾ
ਕਿਸੇ ਹੋਰ ਤੇ ਹੁੰਦਾ ਹੈ ਤੇ ਕੱਢ ਕਿਸੇ ਹੋਰ ਤੇ ਜਾਂਦੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਥੋੜ੍ਹੀ ਹੈ ਕਿ ਕਿੱਥੋਂ ਦਾ ਗੁੱਸਾ ਕਿੱਥੇ ਕੱਢਦੇ ਨੇ। ਹੁਣ ਬੜੇ ਧਿਆਨ ਦੇ ਨਾਲ ਕਹਿਣ ਲੱਗਾ ਕਿ ਤੂੰ ਕੀ ਰਿਸ ਕਹੂੰ ਨਹੀਂ ਕਰ ਰਿਹਾ। ਕਈਆਂ ਦਾ ਗੁੱਸਾ ਕਈਆਂ ਹੋਰਾਂ ਤੇ ਬਾਦਸ਼ਾਹ ਕਈ ਵਾਰੀ ਕੱਢ ਦਿੰਦੇ ਹਨ। ਜਾਤੇ ਰਹਿਣ ਬਣੇ ਅਨਸਾਰੇ। ਇਸ ਕਰਕੇ ਭਾਈ ਸਾਡੇ ਕੋਲ ਸਮਾਂ ਹੈ, ਤੁਹਾਡੇ ਵੀ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਸੁਖੀ ਵਸੇਗੀ, ਤੁਹਾਡੇ ਪਰਿਵਾਰ ਵੀ ਸਲਾਮਤ ਰਹਿਣਗੇ। ਔਰ ਜਿਸ ਤਰ੍ਹਾਂ ਇਹ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮੈਂ ਹਾਂ ਤੇ ਬਾਦਸ਼ਾਹ ਇੱਥੇ ਗਾਂ ਮੂੰਹ ਨਹੀਂ ਕਰੇਗਾ, ਪਰ ਜੇ ਤੁਸੀਂ ਬਾਦਸ਼ਾਹ ਦੇ ਅਧੀਨ ਚੱਲੋਗੇ, ਬਾਦਸ਼ਾਹ ਦੇ ਨਾਲ ਰਲ ਕੇ ਚੱਲੋਗੇ, ਜੇ ਗੁਰੂ ਕਾ ਸਾਥ ਦਿਓਗੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਗਰਾਂ ਨੂੰ ਵੀ ਬਹੁਤ ਵੱਡਾ ਖਤਰਾ ਹੋ ਸਕਦਾ ਹੈ। ਇਸ ਕਰਕੇ ਜਾਤੇ ਰਹਿਣ ਬਣੇ ਅਨੁਸਾਰ ਹੈ। ਇਸ ਕਰਕੇ ਬਾਦਸ਼ਾਹ ਦੇ ਅਨੁਸਾਰ ਚੱਲਣਾ ਹੀ ਚੰਗਾ ਹੈ। ਸੁੰਦਰ ਕਹਿਓ ਨਾਮ ਤੇ ਬਣੇ। ਤੇ ਸੁੰਦਰ ਬਾਬਾ ਸੁੰਦਰ ਜੀ ਨੇ ਕਹੀ ਹੈ ਗੱਲ, ਜਿਨ੍ਹਾਂ ਦੀ ਜਿਹੜੀ ਬਾਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ, ਰਾਮਕਲੀ ਸਾਧ। ਉਹਨਾਂ ਨੇ ਫਿਰ ਬਚਨ ਕੀਤਾ ਹੈ, ਕਹਿਣ ਲੱਗੇ ਕਿ ਨਹੀਂ ਭਾਈ, ਸਾਨੂੰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ, ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਸੁੰਦਰ ਕਹਿਓ ਨਾ ਹਮ ਤੇ ਬਣੈ। ਕਹਿਣ ਲੱਗੇ ਨਹੀਂ ਭਾਈ, ਸਾਡੇ ਤੋਂ ਬਾਦਸ਼ਾਹ ਦੀ ਅਧੀਨਗੀ ਨਹੀਂ ਹੁੰਦੀ, ਅਸੀਂ ਤਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਸ਼ਰਧਾਲੂ ਹਾਂ, ਉਹਨਾਂ ਦੇ ਚਰਨਾਂ ਦੇ ਵਿੱਚ ਜਾਵਾਂਗੇ ਭਾਵੇਂ ਕੈਸਾ ਵੀ ਸਮਾਂ ਆ ਜਾਏ। ਗਮੀ ਮੈਂ ਮਿਲੇ ਨਾ ਭਣੇ। ਔਰ ਕਹਿਣ ਲੱਗੇ ਭਾਵੇਂ ਕਿੰਨੀਆਂ ਵੀ ਗਮੀਆਂ ਹੋਣ, ਕਿਤਕ ਗਮੀ ਮੈਂ ਮਿਲੇ ਨਾ ਭਣੇ। ਐਡੀ ਵੱਡਾ ਕੰਮ ਹੋਇਆ ਹੋਵੇ, ਗੁਰੂ ਕੇ ਸਪੁੱਤਰ ਦਾ ਅਕਾਲ ਚਲਾਣਾ ਹੋਇਆ ਹੋਵੇ, ਔਰ ਅਸੀਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹੀ ਨਾ, ਇਹ ਗੱਲ ਸ਼ੁਭ ਦੀ ਨਹੀਂ ਹੈ, ਚੰਗੀ ਨਹੀਂ ਹੈ। ਅਸੀਂ ਕਦੇ ਵੀ ਤੇਰੇ ਕਹਿਣ ਤੇ ਇੱਥੇ ਨਹੀਂ ਰੁਕਾਂਗੇ। ਔਰ ਭਾਵੇਂ ਪਿਛਲੇ ਸਮੇਂ ਦੇ ਵਿੱਚ ਵੀ ਜੰਗ ਤੇ ਯੁੱਧਾਂ ਦਾ ਸਮਾਂ ਹੁੰਦਾ ਰਿਹਾ ਹੈ, ਵੱਡੇ ਵੱਡੇ ਜੰਗ ਵੀ ਲੜੇ ਗਏ, ਪਰ ਸੰਗਤਾਂ ਨੇ ਤਾਂ ਵੀ ਗੁਰੂ ਦਾ ਸਾਥ ਦਿੱਤਾ ਹੈ। ਸੰਗਤਾਂ ਤਾਂ ਵੀ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀਆਂ ਰਹੀਆਂ ਹਨ। ਹੁਣ ਤਾਂ ਵੀ ਸ਼ਾਂਤੀ ਵਾਲਾ ਸਮਾਂ ਹੈ। ਤੇ ਬਾਦਸ਼ਾਹ ਨੇ ਵੀ ਗੱਲ ਕਹਿ ਦਿੱਤੀ ਹੈ ਕਿ ਗਾਂ ਤੋਂ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਮੱਥਾ ਨਹੀਂ ਲਾਵਾਂਗਾ। ਹੁਣ ਤਾਂ ਬਾਦਸ਼ਾਹ ਵੀ ਸਤਿਗੁਰਾਂ ਦੇ ਅੱਗੇ ਝੁਕ ਗਿਆ ਹੈ। ਹੇ ਧੀਰਮਲ, ਤੂੰ ਕਿਉਂ ਡਰ ਰਿਹਾ ਹੈ? ਅਸੀਂ ਡਰਨ ਵਾਲੇ ਨਹੀਂ ਹਾਂ। ਕਹਿਣ ਲੱਗੇ ਅਸੀਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਾਂਗੇ। ਹਮੇ ਕਬੀ ਨ ਕਿਛ ਕਿਨ ਕਹੇ। ਸਾਨੂੰ ਕਦੇ ਵੀ ਪਹਿਲਾਂ ਕਿਸੇ ਨੇ ਧਮਕਾਇਆ ਨਹੀਂ, ਕਦੇ ਕਿਸੇ ਤੋਂ ਖਤਰਾ ਨਹੀਂ ਮਹਿਸੂਸ ਹੋਇਆ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਸ਼ਰਧਾਲੂ ਆ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਬਾਦਸ਼ਾਹ ਦੇ ਨਾਲੋਂ ਵੱਡੇ ਯੋਧੇ ਹਨ, ਤੇ ਸਾਨੂੰ ਸਤਿਗੁਰਾਂ ਦੇ ਉੱਪਰ ਬਾਦਸ਼ਾਹ ਦੇ ਨਾਲੋਂ ਵੱਧ ਭਰੋਸਾ ਹੈ। ਇਸ ਕਰਕੇ ਅਸੀਂ ਤਾਂ ਪਾਤਸ਼ਾਹ ਜੀ ਦੇ ਚਰਨਾਂ ਦੇ ਸ਼ਰਧਾਲੂ ਜਾਵਾਂਗੇ ਹੀ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਸੇ ਵਿਚਰਤੇ ਲਵਪੁਰ ਨੇੜੇ। ਕਹਿਣ ਲੱਗੇ ਸਤਿਗੁਰਾਂ ਦੀ ਆਸ ਦੇ ਨਾਲ ਅਸੀਂ ਤਾਂ ਲਾਹੌਰ ਦੇ ਨੇੜੇ ਰਹਿਣ ਵਾਲੇ ਹਾਂ। ਔਰ ਹੁਣ ਇਹ ਗੱਲ ਕਹਿੰਦਿਆਂ ਹੋਇਆਂ ਕਲਪੇ ਹਿਤਰਾਸ ਜਿਤਕ ਤੂੰ ਅਬ ਹੈ। ਧੀਰਮਲ ਨੇ ਬੜਾ ਸਮਝਾਉਣ ਦਾ ਯਤਨ ਕੀਤਾ, ਕਈ ਢੰਗ ਤਰੀਕੇ ਵਰਤੇ ਹਨ ਕਿ ਇਹ ਸੰਗਤ ਜਿਹੜੀ ਹੈ ਗੁਰੂ ਕੇ ਪਰਿਵਾਰ ਮੇਰੇ ਨਾਲ ਜੁੜ ਜਾਣ, ਮੇਰਾ ਸਾਥ ਦੇਣ। ਔਰ ਪਰ ਕਿਸੇ ਨੇ ਵੀ ਬਾਬਾ ਧੀਰਮਲ ਦਾ ਜਿਹੜਾ ਸਾਥ ਹੈ ਉਹ ਨਹੀਂ ਦਿੱਤਾ ਹੈ। ਔਰ ਉਹਨਾਂ ਨੇ ਬਚਨ ਕੀਤਾ ਕਿ ਭਾਈ ਨਾ ਤਾਂ ਪਹਿਲਾਂ ਅਸੀਂ ਸੁਣਿਆ ਹੈ, ਨਾ ਕਦੇ ਦੇਖਿਆ ਹੈ, ਔਰ ਨਾ ਹੀ ਅਸੀਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਛੱਡਾਂਗੇ, ਨਾ ਹੀ ਸਾਨੂੰ ਬਾਦਸ਼ਾਹ ਦਾ ਕੋਈ ਡਰ ਹੈ। ਔਰ ਇਸ ਤਰ੍ਹਾਂ ਸੰਗਤਾਂ ਨੇ ਆਪਣੀ ਇੱਛਾ ਗੁਰੂ ਕੇ ਪਰਿਵਾਰ ਨੇ ਜ਼ਾਹਰ ਕੀਤੀ ਹੈ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਹਿਣ ਲੱਗੇ ਕਿ ਅਸੀਂ ਤਾਂ ਸੁਬਾਹ ਹੁੰਦਿਆਂ ਸਾਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਜ਼ਰੂਰ ਪਹੁੰਚਾਂਗੇ। ਔਰ ਬਾਬਾ ਗੁਰਦਿੱਤਾ ਜੀ ਦਾ ਅੰਤ ਵੇਲਾ ਹੈ, ਔਰ ਐਸੇ ਸਮੇਂ ਦੇ ਵਿੱਚ ਗੁਰੂ ਕੇ ਚਰਨਾਂ ਦੇ ਵਿੱਚ ਜਾਣਾ ਅਵਸ਼ ਜ਼ਰੂਰੀ ਹੈ। ਤੇ ਬਾਬਾ ਸੁੰਦਰ ਜੀ ਦੇ ਪਾਸੋਂ
ਬਾਬਾ ਪਰਮਾਨੰਦ ਜੀ ਦੇ ਪਾਸੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਵੰਸ਼, ਉਹਨਾਂ ਦਾ ਪਰਿਵਾਰ ਦੇ ਇਹ ਲੋਕ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਹਨ। ਅਤੇ ਇਹਨਾਂ ਦੇ ਬਚਨ ਸੁਣਨ ਤੋਂ ਬਾਅਦ ਧੀਰਮਲ ਨੇ ਭਾਵੇਂ ਬੜਾ ਸਮਝਾਉਣ ਦਾ ਯਤਨ ਕੀਤਾ, ਲੰਮਾ ਸਮਾਂ ਸਮਝਾਉਂਦਾ ਰਿਹਾ ਹੈ, ਪਰ ਜਦੋਂ ਇਹ ਨਹੀਂ ਮੰਨੇ ਤੇ ਫਿਰ ਧੀਰਮਲ ਇਹਨਾਂ ਨੂੰ ਸਮਝਾਉਣੋਂ ਹਟ ਗਿਆ ਤੇ ਚੁੱਪ ਹੋ ਗਿਆ ਹੈ। ਔਰ ਉਹਨੇ ਜਾਣ ਲਿਆ ਹੈ ਕਿ ਇਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੂਰਨ ਦ੍ਰਿੜਤਾ ਦੇ ਨਾਲ ਭਰੋਸਾ ਰੱਖਣ ਵਾਲੇ ਹਨ। ਔਰ ਫਿਰ ਬੜੇ ਪਿਆਰ ਦੇ ਨਾਲ ਉਹਨਾਂ ਦੀ ਸੇਵਾ ਵੀ ਧੀਰਮਲ ਨੇ ਕੀਤੀ ਹੈ। ਔਰ ਪਰ ਰਾਤ ਵੇਲੇ ਜਿਹੜਾ ਧੀਰਮਲ ਹੈ, ਇਹਨੇ ਫਿਰ ਕੁਝ ਚਾਲ ਚੱਲੀ ਹੈ। ਫਿਰ ਚਤੁਰਾਈ ਦੇ ਨਾਲ ਇਹ ਜਿਹੜਾ ਦੂਸਰਾ ਪਰਿਵਾਰ ਹੈ, ਕਹਿਣ ਤੋਂ ਭਾਵ ਗੁਰੂ ਅੰਗਦ ਦੇਵ ਜੀ ਦਾ ਪਰਿਵਾਰ, ਜਿਹੜੇ 63 ਲੋਕ ਸਨ, ਉਹਨਾਂ ਨੂੰ ਆਪਣੀ ਚਤੁਰਾਈ ਦੇ ਨਾਲ ਇਹ ਸਮਝਾਉਣ ਦਾ ਫਿਰ ਯਤਨ ਕਰਦਾ ਹੈ। ਔਰ ਸਤਿਕਾਰਯੋਗ ਸਾਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਦਾਤੂ ਜੀ, ਉਹਨਾਂ ਦਾ ਇੱਕ ਪੁੱਤਰ ਇਸ ਪਰਿਵਾਰ ਦੇ ਨਾਲ ਚੱਲ ਕੇ ਆਇਆ ਹੈ। ਦਾਤੂ ਸੁੱਤ ਕੋ ਨਿਆਰੇ ਕਰਕੇ ਉਹਨੂੰ ਬਾਕੀ ਸਾਰੇ ਭੱਲਿਆਂ ਦੇ ਪਰਿਵਾਰਾਂ ਤੋਂ ਵੱਖਰਾ ਕਰਦਿਆਂ ਹੋਇਆਂ ਧੀਰਮਲ ਨੇ ਫਿਰ ਉਹਨੂੰ ਸਮਝਾਉਣ ਦਾ ਯਤਨ ਕੀਤਾ ਹੈ। ਔਰ ਬੜੇ ਸੁੰਦਰ ਢੰਗ ਦੇ ਨਾਲ ਸਮਝਾਇਓ ਬਹੁਰੀਤ ਉਚਰ ਕੇ, ਕਈ ਤਰੀਕਿਆਂ ਦੇ ਨਾਲ ਲੰਮਾ ਸਮਾਂ ਧੀਰਮਲ ਫਿਰ ਉਸੇ ਢੰਗ ਦੇ ਨਾਲ ਇਹਨੂੰ ਸਮਝਾਉਣ ਦਾ ਯਤਨ ਕਰਦਾ ਹੈ। ਤੇ ਹੁਣ ਗੁਰੂ ਅੰਗਦ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ ਬਾਬਾ ਦਾਸੂ ਜੀ ਦਾ ਜਿਹੜਾ ਸਪੁੱਤਰ ਹੈ, ਉਹ ਧੀਰਮਲ ਦੀਆਂ ਗੱਲਾਂ ਦੇ ਵਿੱਚ ਉਲਝ ਗਿਆ, ਕਹਿਣ ਤੋਂ ਭਾਵ ਆ ਗਿਆ, ਉਹਨੂੰ ਧੀਰਮਲ ਦੀਆਂ ਗੱਲਾਂ 'ਤੇ ਵਿਸ਼ਵਾਸ ਹੋਇਆ ਹੈ। ਔਰ ਇਸ ਨੇ ਫਿਰ ਧੀਰਮਲ ਨੇ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਜਿਹੜਾ ਪਰਿਵਾਰ ਹੈ, ਉਹਦੇ ਤੋਂ ਇਹਨਾਂ ਨੂੰ ਵੱਖ ਕਰ ਦਿੱਤਾ, ਕਹਿਣ ਤੋਂ ਭਾਵ ਆਪਸ ਦੇ ਵਿੱਚ ਇਹਨਾਂ ਨੂੰ ਪਾੜ ਦਿੱਤਾ ਹੈ। ਅਤੇ ਹੁਣ ਧੀਰਮਲ ਨੇ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈ, ਅਗਾਂਹ ਉਹਨਾਂ ਦੇ ਜਿਹੜੇ ਸੰਤਾਨ ਹਨ, ਆਪਣੀਆਂ ਗੱਲਾਂ ਦੇ ਵਿੱਚ ਲਿਆ ਕਰਕੇ ਉਹਨਾਂ ਨੂੰ ਆਪਣੇ ਪਿੱਛੇ ਲਾ ਲਿਆ ਹੈ। ਹੁਣ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਅਗਲੇਰਾ ਇਤਿਹਾਸ ਸਰਵਣ ਕਰਾਂਗੇ, ਕਿਵੇਂ ਫਿਰ ਬਾਕੀ ਜਿਹੜਾ ਪਰਿਵਾਰ ਹੈ ਗੁਰੂ ਅਮਰਦਾਸ ਜੀ ਦਾ, ਬਾਕੀ ਜਿਹੜੀ ਸਿੱਖ ਸੰਗਤ ਹੈ, ਉਹ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ। ਅਤੇ ਧੀਰਮਲ ਨਾ ਤਾਂ ਪਵਿੱਤਰ ਗ੍ਰੰਥ ਦੇਣ ਵਾਸਤੇ ਤਿਆਰ ਹੋਇਆ, ਨਾ ਖੁਦ ਚੱਲਿਆ ਹੈ, ਅਤੇ ਸਗੋਂ ਬੇਅੰਤ ਸੰਗਤਾਂ ਨੂੰ ਵੀ ਰੋਕਦਾ ਹੈ ਕਿ ਭਾਈ ਤੁਸੀਂ ਵੀ ਉੱਥੇ ਨਹੀਂ ਪਹੁੰਚਣਾ। ਔਰ ਵੱਡੀ ਈਰਖਾ ਕੀਤੀ ਹੈ। ਇਸ ਕਰਕੇ ਗਾਂ ਫਿਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ ਸੀ, ਉਦੋਂ ਫਿਰ ਬਚਨ ਕੀਤਾ ਸੀ, ਗਾਂ ਜਿਹੜੀ ਮਰਿਆਦਾ ਕਾਇਮ ਕੀਤੀ ਗਈ ਸੀਗੀ ਕਿ ਜਿਹੜੇ ਧੀਰ ਮੱਲੀਏ ਹਨ, ਜਾਂ ਧੀਰ ਮੱਲੀਆਂ ਦੀ ਬਿਰਤੀ ਰੱਖਣ ਵਾਲੇ, ਜਾਂ ਰਾਮ ਰਾਈਏ ਅੱਗੇ ਜਾ ਕਰਕੇ ਕੁੜੀ ਮਾਰ ਨੜੀ ਮਾਰ ਅਨੇਕਾਂ ਪਤਤ, ਉਹਨਾਂ ਦੇ ਨਾਲ ਜਿਹੜਾ ਗੁਰੂ ਕਾ ਸਿੱਖ ਹੈ ਉਹਨੇ ਸੰਬੰਧ ਨਹੀਂ ਰੱਖਣਾ। ਕਿਉਂਕਿ ਜਿੱਥੇ ਪ੍ਰਿਥੀ ਚੰਦ ਵਰਗੇ ਹਮੇਸ਼ਾ ਲਾਲਚੀ ਬਿਰਤੀ ਧਾਰਨ ਕਰਕੇ ਈਰਖਾ ਕਰਦੇ ਰਹੇ ਹਨ, ਉੱਥੇ ਸਾਰੀ ਉਮਰ ਧੀਰਮਲ ਜਿਹੜਾ ਹੈ ਇਹ ਵੀ ਆਪਣੇ ਸੁਭਾਅ ਦੇ ਮਗਰ ਹੀ ਲੱਗ ਕੇ, ਔਰ ਇਸੇ ਤਰ੍ਹਾਂ ਬਾਬਾ ਵਡਭਾਗ ਸਿੰਘ ਔਰ ਧੀਰਮਲ, ਇਹ ਪ੍ਰਿਥੀ ਚੰਦ, ਇਹ ਹਮੇਸ਼ਾ ਆਪਣੇ ਤਰੀਕੇ ਨਾਲ ਚੱਲਦੇ ਰਹੇ, ਜਿਨ੍ਹਾਂ ਦੇ ਨਾਲ ਫਿਰ ਗੁਰੂ ਕੇ ਸਿੱਖ ਜਿਹੜਾ ਹੈ ਉਹ ਸੰਬੰਧ ਨਹੀਂ ਰੱਖਦਾ। ਇਹ ਸਾਡੀ ਮਰਿਆਦਾ ਦੇ ਵਿੱਚ ਵੀ ਇਹ ਵਚਨ ਦਰਜ ਹਨ। ਸੋ ਸਮੇਂ ਦੀ ਸਮਾਪਤੀ ਹੈ। ਅਗਲੇਰਾ ਇਤਿਹਾਸ ਅਗਲੇ ਦਿਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ। ਵਿਚਾਰਾਂ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਔਰ ਸੰਗਤ ਬਖਸ਼ਣਹਾਰ ਹੈ। ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨ। ਆਓ ਕੁਝ ਕੁ ਸਮੇਂ ਵਾਸਤੇ ਅਸੀਂ ਮੂਲ ਮੰਤਰ ਦਾ ਜਾਪ, ਗੁਰ ਮੰਤਰ ਦਾ ਜਾਪ ਕੁਝ ਸਮਾਂ ਗੁਰੂ ਕੀ ਸੰਗਤ ਵਿੱਚ ਸਰਬੱਤ ਦੇ ਭਲੇ ਵਾਸਤੇ, ਜਗਤ ਜਲੰਦੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਕਰਦੇ ਹਾਂ। ਸਾਰੀ ਸੰਗਤ ਭਾਵਨਾ ਸਹਿਤ ਇਕਾਗਰਤਾ ਦੇ ਨਾਲ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।